ਸ੍ਰੀ ਵਾਹਿਗੁਰੂ ਜੀ। ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਜੀ ਨੂੰ ਸਿੱਧਾਂ ਨੇ ਬੜੇ ਪ੍ਰਸ਼ਨ ਕੀਤੇ ਨੇ। ਇਹ ਬੇਅੰਤ ਪ੍ਰਸ਼ਨ ਕਰਦੇ ਹੋਏ ਜਪਜੀ ਸਾਹਿਬ ਦਾ ਉਚਾਰਨ ਪੌੜੀਆਂ ਦਾ ਹੁੰਦਾ ਗਿਆ। ਇੱਕ ਇੱਕ ਪੌੜੀ 7-7 ਪ੍ਰਸ਼ਨ ਆਏ, ਸਤਿਗੁਰਾਂ ਦੇ ਉੱਤਰ ਆਏ ਤੇ ਅਖੀਰ ਦੇ ਵਿੱਚ ਫਿਰ 28ਵੀਂ ਪੌੜੀ ਦੇ ਵਿੱਚ ਤਾਂ ਉਹਨਾਂ ਨੇ ਯੋਗ ਦੇ ਚਿੰਨ੍ਹ ਹੀ ਲਿਆ ਕੇ ਰੱਖ ਦਿੱਤੇ ਕਿ ਜੀ ਇਹ ਮੁੰਦਰਾਂ ਹਨ, ਇਹ ਡੰਡਾ ਹੈ, ਝੋਲੀ ਹੈ ਤੇ ਆਹ ਪਾਤਰ ਹੈ ਜਿਹਦੇ ਚ ਮੰਕੇ ਖਾਈਦਾ, ਠੂਠਾ ਹੁੰਦਾ ਉਹਨਾਂ ਦਾ ਕਾਠ ਦਾ। ਤੇ ਮਹਾਰਾਜ ਸਾਹਿਬ ਨੇ ਕਿਹਾ ਯੋਗ ਦੇ ਚਿੰਨ੍ਹ ਨਹੀਂ ਹੈ। ਯੋਗ ਦੇ ਚਿੰਨ੍ਹ ਤਾਂ ਜਿਹੜੇ ਲਿਖੇ ਹੋਏ ਆ ਸ਼ਾਸਤਰਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਤਾਂ ਇੱਕ ਵੀ ਨਹੀਂ ਜਿਹੜਾ ਤੁਸੀਂ ਇਹ ਲੈ ਕੇ ਆਏ ਹੋ। ਇਸ ਕਰਕੇ ਅਸੀਂ ਯੋਗੀ ਹਾਂ ਤੇ ਜਿਹੜੇ ਯੋਗ ਦੇ ਚਿੰਨ੍ਹ ਤੁਹਾਡੇ ਦੁੱਖਨ ਰੂਪ ਅਸੀਂ ਭੂਖਨ ਰੂਪ ਕਰਕੇ ਤੁਹਾਨੂੰ ਦੱਸਦੇ ਹਾਂ। ਉਹਦੇ ਮਹਾਰਾਜ ਸਾਹਿਬ ਜੀ ਨੇ ਮੁੰਦਾ, ਸੰਤੋਖ, ਸਰਮਪਤ, ਝੋਲੀ ਸਾਰੀ ਉਹ ਪੌੜੀ ਦੇ ਵਿਚਾਰ ਹੋਏ। ਇਹ 4 ਪੌੜੀਆਂ ਇੱਕੋ ਹੀ ਲੜੀ ਦੀਆਂ ਨੇ। ਇਸ ਪੌੜੀ ਦੇ ਵਿੱਚ ਜੋ ਸਿੱਧਾਂ ਨੇ ਕਿਹਾ ਸੀ ਕਿ ਜੀ ਸਾਡੇ ਤਾਂ ਇੱਕ ਮਾਈ ਹੈ ਜਿਹੜੀ ਭੰਡਾਰਾ ਵਰਤਾਉਂਦੀ ਹੈ, ਤੇ ਇਸ ਕਰਕੇ ਜੇ ਤੁਸੀਂ ਕਹੋ ਵੀ ਤੁਹਾਨੂੰ ਭੁਗਤ ਲੈ ਆਈ ਹੈ ਖਾਣ ਵਾਸਤੇ, ਜਿਹੜੀ ਭੁਗਤ ਹੁੰਦੀ ਹੈ ਜੋਗੀਆਂ ਦੇ ਵਿੱਚ, ਉਹਦੇ 'ਚ ਖੰਡ ਹੈ, ਘੀ ਹੈ, ਆਟਾ ਹੈ, ਚੀਜ਼ਾਂ ਮਿਲਾ ਕੇ ਫਿਰ ਉਹ ਚੂਰਮਾ ਜਿਹਾ ਬਣਾਉਂਦੇ ਆ, ਉਹਨੂੰ ਭੁਗਤ ਕਹਿੰਦੇ। ਵੀ ਤੁਸੀਂ ਉਹ ਛਕ ਲਓ। ਸਾਡੀ ਇਹ ਮਰਿਆਦਾ ਜਦੋਂ ਭੰਡਾਰੇ ਦਾ ਨਾਦ ਵੱਜਦਾ ਹੈ ਤਾਂ ਫਿਰ ਸਾਰੇ ਨੂੰ ਇਕੱਠਿਆਂ ਨੂੰ ਭੋਜਨ ਵਰਤਾਇਆ ਜਾਂਦਾ। ਇਹ ਨਿਯਮ ਕਰਕੇ ਰਿੱਧੀਆਂ ਸਿੱਧੀਆਂ ਦੁਆਰਾ ਬਰਕਤਾਂ ਬਣੀਆਂ ਰਹਿੰਦੀਆਂ ਨੇ। ਜੇ ਤੁਸੀਂ ਯੋਗ ਮਤ ਧਾਰਨ ਕਰ ਲਓ ਤਾਂ ਅਸੀਂ ਤੁਹਾਨੂੰ ਸਾਰਿਆਂ ਨਾਥਾਂ ਦਾ, ਸਿੱਧਾਂ ਦਾ ਨਾਥ ਮੰਨ ਲਗੇ, ਵੱਡਾ ਮੰਨ ਲਾਂਗਾ। ਅਸੀਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਓਗੇ, ਅਨੇਕਾਂ ਫਿਰ ਤੁਹਾਡੇ ਚੇਲੇ ਬਣ ਜਾਣਗੇ ਤੇ ਸਾਰੇ ਕਾਰਜ ਤੁਹਾਡੇ ਇਸ ਤਰ੍ਹਾਂ ਹੋ ਜਾਣਗੇ। ਤੇ ਗੁਰੂ ਸਾਹਿਬ ਨੇ ਫਿਰ ਉੱਤਰ ਦੇ ਵਿੱਚ ਕਿਹਾ, ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਸਿੱਧੋ ਭੁਗਤ ਗਿਆਨ। ਇਹ ਜਿਹੜੇ ਭੁਗਤ ਖਾਣ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਦੇ 'ਚ 3 ਚੀਜ਼ਾਂ ਹੀ ਨਾ। ਕਹਿੰਦੇ ਹਾਂ, ਕਹਿੰਦੇ ਮੇਰੇ ਕੋਲ ਪਹਿਲਾਂ ਹੀ ਭੁਗਤ ਹੈ, ਮੇਰੇ ਕੋਲ ਪਹਿਲਾਂ ਹੀ ਭੰਡਾਰਾ ਵਰਤਾਉਣ ਵਾਲੀ ਮਾਈ ਵੀ ਹੈਗੀ ਹੈ। ਕਹਿੰਦੇ ਜੀ ਬੜੀ ਅਚਰਜ ਗੱਲ ਹੈ ਵੀ ਹੈ ਤਾਂ ਤੁਸੀਂ ਤਿੰਨੇ ਸਾਥੀ। ਉਹ ਕਹਿੰਦੇ ਅੰਤਰੀਬ ਹੈ, ਤੁਹਾਡੀ ਅੱਖਾਂ ਨੂੰ ਨਹੀਂ ਦਿਖਣ ਵਾਲੇ। ਕਹਿੰਦੇ ਜੀ ਦੱਸੋ। ਕਹਿੰਦੇ ਫਰਕ ਇੰਨਾ ਹੀ ਹੈ, ਤੇ ਤੁਸੀਂ ਖੰਡ ਪਾਈ ਹੈ ਤੇ ਅਸੀਂ ਭਗਤੀ ਦੀ ਖੰਡ ਪਾਈ ਹੋਈ ਹੈ। ਸਾਡੇ ਭੰਡਾਰੇ 'ਚ ਭਗਤੀ ਦੀ ਖੰਡ ਹੈ ਤੇ ਪ੍ਰੇਮ ਦਾ ਘੀ ਪਾਇਆ ਹੋਇਆ, ਗਿਆਨ ਦਾ ਮੈਦਾ ਹੈ। ਅਸੀਂ ਤਾਂ ਆਹ ਚੂਰਮਾ ਖਾਂਦੇ ਹਾਂ, ਇਹ ਸਾਡੀ ਭੁਗਤ ਹੈ। ਗਿਆਨ ਹੀ ਸਾਡੀ ਭੁਗਤ ਹੈ, ਇਹਦਾ ਹੀ ਭੋਜਨ ਅਸੀਂ ਖਾਂਦੇ ਹਾਂ। ਤੇ ਦਇਆ ਹੀ ਸਾਡੀ ਭੰਡਾਰਨ ਹੈ, ਭੰਡਾਰਾ ਤਿਆਰ ਕਰਨ ਵਾਲੀ ਹੈ। ਇਹਦਾ ਮਤਲਬ ਕੀ ਹੈ ਵੀ ਸਾਰੇ ਗੁਣ ਜਿੰਨੇ ਵੀ ਹੈ, ਸਾਰਿਆਂ ਗੁਣਾਂ ਦਾ ਭੰਡਾਰਾ ਦੇਣ ਵਾਲੀ ਦਇਆ ਹੈ। ਦਇਆ ਤੋਂ ਸਾਰੇ ਗੁਣ ਪੈਦਾ ਹੁੰਦੇ ਨੇ। ਅਤੇ ਘਟ ਘਟ ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਿਹੜਾ ਉਚਾਰਨ ਹੋ ਰਿਹਾ ਹੈ, ਇਹ ਸਾਡਾ ਨਾਦ ਵੱਜ ਰਿਹਾ ਹੈ। ਨਾਦ ਬਾਜਾ ਹੈ, ਬਾਜੇ ਵੱਜ ਰਿਹਾ। ਉਹਨਾਂ ਦੇ ਕੋਲ 2 ਤਰ੍ਹਾਂ ਦੇ ਬਾਜੇ ਹੁੰਦੇ ਆ ਜੋਗੀਆਂ ਦੇ ਕੋਲ। ਇੱਕ ਤਾਂ ਪਿੱਤਲ ਦਾ ਹੁੰਦਾ ਹੈ,
ਉਹ ਬਾਜੇ ਦੀ ਬਣਤਰ ਹੈ ਜਿਵੇਂ ਹਾਥੀ ਦਾ ਸੁੰਡ ਤਾਂ ਨੂੰ ਚੱਕਿਆ ਹੁੰਦਾ ਹੈ, ਤੇ ਉਹਨੂੰ ਨਾਦ ਕਹਿੰਦੇ, ਉਹਨੂੰ ਨਰਸਿੰਘਾ ਵੀ ਕਹਿੰਦੇ। ਉਹਦਾ ਵਿਧਾਨ ਇਹ ਹੈ ਵੀ ਜਦੋਂ ਭੰਡਾਰਾ ਤਿਆਰ ਹੋ ਗਿਆ ਉਸ ਵੇਲੇ ਹੀ ਵਜਾਉਣ ਦਾ ਵਿਧਾਨ ਹੈ ਉਹਦਾ, ਅੱਗੇ ਪਿੱਛੇ ਨਹੀਂ ਉਹਨੂੰ ਵਜਾ ਨਹੀਂ ਸਕਦੇ ਇਸ ਤਰ੍ਹਾਂ। ਇਹ ਯੋਗੀਆਂ ਦਾ ਵਿਧਾਨ ਬਣਿਆ ਹੋਇਆ। ਤੇ ਇੱਕ ਹੁੰਦੀ ਹੈ ਸਿੰਘੀ। ਗੁਰਬਾਣੀ 'ਚ ਇਹ ਚੀਜ਼ਾਂ ਵਾਰ-ਵਾਰ ਹੋਣੀਆਂ। ਜਿਹੜੀ ਸਿੰਘੀ ਹੈ ਤੇ ਇਹ ਯੋਗੀਆਂ ਦੇ ਕੋਲ ਹੁੰਦੀ ਹੈ। ਜਦੋਂ ਵੀ ਕਿਤੇ ਮਸਤੀ 'ਚ ਆ ਕੇ ਇਹ ਜਦੋਂ ਸਿੰਘੀ ਜਦੋਂ ਮਰਜ਼ੀ ਵਜਾ ਦੇਣ, ਨਾਦ ਨਹੀਂ ਵਜਾ ਸਕਦੇ। ਤੇ ਮਹਾਰਾਜ ਕਹਿੰਦੇ ਘਟਾਂ ਘਟਾਂ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਉਚਾਰਨ ਹੋ ਰਿਹਾ ਇਹ ਸਾਡਾ ਨਾਦ ਹੈ, ਬਾਜਾ ਵੱਜ ਰਿਹਾ ਇਹ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜੋ ਘਟ ਜੀਵਾਂ ਦੇ ਮੂੰਹਾਂ ਦੇ ਵਿੱਚੋਂ ਘਟ ਇੱਕ ਰਸ ਬੋਲ ਚਾਲ ਹੋ ਰਹੀ ਹੈ, ਬੋਲ ਰਿਹਾ ਹੈ, ਹਰੇਕ ਜ਼ਬਾਨ ਤੋਂ ਕੁਛ ਨਾ ਕੁਛ ਬੋਲਦੇ ਹੈ। ਇਹ ਨਾਦ ਬਾਜਾ ਵੱਜੇ ਵੱਜ ਰਿਹਾ। ਗਿਆਨ ਨੂੰ ਭੋਜਨ ਦੱਸਿਆ ਮਹਾਰਾਜ ਨੇ, ਦਇਆ ਨੂੰ ਭੰਡਾਰਨ ਦੱਸਿਆ। ਘਟਾਂ ਘਟਾਂ ਦੇ ਵਿੱਚ ਜੋ ਪ੍ਰਭੂ ਦਾ ਨਾਮ ਉਚਾਰਨ ਹੋ ਰਿਹਾ ਇਹ ਨਾਦ ਵੱਜ ਰਿਹਾ ਹੈ, ਕੜਕੜ ਬਾਜੇ ਨਾਦ। ਭੰਡਾਰਨ ਸਭ ਨੂੰ ਭੋਜਨ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ ਦਇਆ ਹੈ ਇਹ ਸਾਡੇ ਸਾਰੇ ਧਰਮ ਦੇ ਜਿਹੜੇ ਗੁਣ ਉਹ ਦਇਆ ਤੋਂ ਹੀ ਪ੍ਰਾਪਤ ਹੁੰਦੇ ਨੇ। ਤੁਲਸੀ ਜੀ ਨੇ ਰਮਾਇਣ ਦੇ ਅੰਦਰ ਧਰਮ ਦਾ ਮੂਲ ਜਿਹੜਾ ਉਹ ਦਇਆ ਨੂੰ ਦੱਸਿਆ। ਤੇ ਪਿੱਛੇ ਆਪ ਜੀ ਸੁਣ ਚੁੱਕੇ ਹੋ, ਪੰਜ ਪ੍ਰਵਾਨ ਦੀ ਪੌੜੀ ਦੇ ਅੰਦਰ ਜ਼ਿਕਰ ਆਇਆ ਸੀ, ਤੌਲ ਧਰਮ ਦਇਆ ਕਾ ਊਤ, ਵੀ ਦਇਆ ਮਾਂ ਹੈ, ਧਰਮ ਪੁੱਤਰ ਹੈ। ਆਪਣੇ ਧਰਮ ਵਿੱਚ ਵੀ ਦੇਖੋ, ਵਿਸਾਖੀ ਵਾਲੇ ਦਿਨ 1756 ਵਿਕਰਮੀ ਸੰਮਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਸੀਸ ਮੰਗੇ ਆ ਖਾਲਸੇ ਦੀ ਸਿਰਜਣਾ ਕਰਨ ਵਾਸਤੇ, ਤਾਂ ਸਭ ਤੋਂ ਪਹਿਲਾਂ ਦਇਆ ਭਾਈ ਦਇਆ ਸਿੰਘ ਦੇ ਰੂਪ ਦੇ ਅੰਦਰ ਹਾਜ਼ਰ ਹੋਈ ਹੈ। ਤਰਤੀਬ ਦੇਖੋ ਕਿਸੇ ਤਰ੍ਹਾਂ। ਮਾਰੇ ਕਹਿੰਦੇ ਸਿੱਖਾ ਨਾਂ ਕੀ ਹੈ? ਕਹਿੰਦੇ ਜੀ ਦਇਆ ਰਾਮ ਹੈ। ਅਕਾਲ ਪੁਰਖ ਵੱਲ ਧਿਆਨ ਕਰਕੇ ਕਹਿੰਦੇ ਹੇ ਪਰਮੇਸ਼ਰ ਵਾਹਿਗੁਰੂ, ਤੂੰ ਮੈਨੂੰ ਜਿਸ ਕਾਰਜ ਲਈ ਸੰਸਾਰ ਵਿੱਚ ਭੇਜਿਆ, ਜਾਹੇ ਤਹਾਂ ਤੁਮ ਧਰਮ ਚਲਾਏ। ਮੈਂ ਧਰਮ ਚਲਾਉਣ ਲੱਗਿਆ, ਜਿਸ ਧਰਮ ਵਿੱਚ ਦਇਆ ਨਾ ਹੋਵੇ ਉਹ ਧਰਮ ਧਰਮ ਨਹੀਂ ਹੁੰਦਾ, ਅਧਰਮ ਹੁੰਦਾ ਹੈ। ਖਾਲਸਾ ਧਰਮ ਦੇ ਵਿੱਚ ਇਹ ਸਿੱਖ ਦੇ ਰਾਹੀਂ ਤੂੰ ਦਇਆ ਭੇਜ ਦਿੱਤੀ ਹੈ, ਤੇ ਹੁਣ ਕਿਰਪਾ ਕਰ। ਦੂਸਰਾ ਸੀਸ ਮੰਗਿਆ, ਨਾਂ ਕੀ ਹੈ? ਕਹਿੰਦੇ ਜੀ ਧਰਮ ਚੰਦ ਹੈ। ਦਇਆ ਤੋਂ ਬਾਅਦ ਧਰਮ ਪੈਦਾ ਹੋਇਆ। ਚਲੋ ਇਹ ਵਿਸਾਖੀ ਵਾਲੇ ਦਿਨ ਕਹਿਣ ਵਾਲੇ ਗੁਣ ਸਾਰੇ, ਇੱਥੇ ਬਹੁਤੀ ਲੋੜ ਨਹੀਂ ਜੀ। ਇੱਥੇ ਦੋ ਹੀ ਅੱਖਰਾਂ ਦੀ ਲੋੜ ਸੀ। ਦਇਆ ਮੁੱਢ ਹੈ, ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਤੋ ਇਸ ਕਰਕੇ ਤੁਲਸੀ ਜੀ ਨੇ ਇਹਦਾ ਜ਼ਿਕਰ ਕੀਤਾ ਹੈ ਕਿ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਪਾਪਾਂ ਦਾ ਮੁੱਢ ਕੀ ਹੈ? ਜਿੱਥੋਂ ਪਾਪ ਜਨਮ ਲੈਂਦੇ ਨੇ, ਹੰਕਾਰ। ਹੰਕਾਰ ਤੋਂ ਹੀ ਸਾਰੇ ਪਾਪ ਜਨਮ ਲੈਂਦੇ ਨੇ। ਤੇ ਦਇਆ ਤੋਂ ਸਾਰੇ ਸ਼ੁਭ ਗੁਣ, ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ न ਛੋੜੀਐ, ਜਬ ਲਗ ਘਟ ਮੈਂ ਪ੍ਰਾਨ। ਤੁਲਸੀ ਕਹਿੰਦੇ ਉਨੀ ਦੇਰ ਤੱਕ ਦਇਆ ਨੂੰ ਛੱਡਣਾ ਨਹੀਂ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਪ੍ਰਾਣ ਚੱਲ ਰਹੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਸਾਡੇ ਧਰਮ ਦੇ ਵਿੱਚ ਤਾਂ ਦਇਆ ਜਿਹੜੀ ਹੈ ਇਹੀ ਭੰਡਾਰਾ ਵਰਤਾਉਣ ਵਾਲੀ। ਇਹਦੇ ਵਿੱਚ ਇੱਕ ਪ੍ਰਾਚੀਨ ਸਮੇਂ ਦੀ ਸਾਖੀ ਹੈ। ਰੋਮ ਦੇਸ਼ ਕਿਸੇ ਵੇਲੇ ਇਹ ਇਕੱਠਾ ਸੀ, ਫਿਰ ਅੱਧਾ ਜਿਹੜਾ ਹੈ ਉਹ ਮੁਸਲਮਾਨਾਂ ਦੇ, ਇਹਦੇ ਦੋ ਹਿੱਸੇ ਤੇ ਇੱਕ ਹਿੱਸਾ ਇਟਲੀ ਵਾਲੇ ਪਾਸੇ ਰਹਿ ਗਿਆ। ਇਹਦੀ ਰਾਜਧਾਨੀ ਇਹ ਸੀ, ਬਹੁਤ ਵੱਡਾ ਦੇਸ਼ ਸੀ ਇਹ। ਕਿਸੇ ਵੇਲੇ ਬਸਰੇ ਸ਼ਹਿਰ ਦੇ ਵਿੱਚ ਬਾਦਸ਼ਾਹ ਰਹਿਣ ਵਾਲਾ
ਸਮਾਂ ਆਇਆ ਤੇ ਉਹਦੇ ਲੜਕੀ ਨੇ ਜਨਮ ਲਿਆ। ਉਹਨੇ ਰਹਿਬਾ ਨਾਮ ਰੱਖਿਆ ਇਸ ਦਾ। ਰਾਜੇ ਦੀ ਧੀ ਸੀ, ਚਾਵਾਂ ਲਾਡਾਂ ਦੇ ਨਾਲ ਪੜ ਰਹੀ ਹੈ। ਅਚਾਨਕ ਵਿਪਤਾ ਪੈ ਗਈ। ਕਿਹਦੇ ਤੇ ਕਦੋਂ ਕਿਹੋ ਜਿਹੀ ਵਿਪਤਾ ਪੈ ਜਾਣੀ ਹੈ, ਇਹਦਾ ਗਿਆਨ ਥੋੜ੍ਹੀ ਹੁੰਦਾ ਵੀ ਕਦੋਂ ਵਿਪਤਾ ਪੈ ਜਾਣੀ ਹੈ, ਕਦੋਂ ਕੋਈ ਬਿਮਾਰੀ ਚਿੰਬੜ ਜਾਣੀ। ਵਿਪਤਾ ਕੀ ਪੈ ਗਈ ਕਿ ਦੂਸਰਾ ਰਾਜਾ ਚੜ੍ਹ ਕੇ ਆ ਗਿਆ। ਉਹਨੇ ਸਿਪਾਹੀ ਕਤਲ ਕਰ ਦਿੱਤੇ, ਪਹਿਰੇਦਾਰ ਬਦਲੇ, ਤੂਫਾਨ ਦੀ ਤਰ੍ਹਾਂ ਆਉਂਦਾ ਹੋਇਆ ਰਾਜ ਮਹਿਲਾਂ ਵਿੱਚ ਪ੍ਰਵੇਸ਼ ਹੋ ਗਿਆ। ਕਿਉਂ ਜਿੱਥੇ ਤਖਤ ਹੈ ਲੜਾਈ ਤਾਂ ਜ਼ਿਆਦਾ ਉਸੇ ਬੜਾ ਟੁਕੀ ਹੋਈ। ਰਾਜੇ ਦਾ ਕਤਲ ਕਰ ਦਿੱਤਾ। ਰਾਜੇ ਦਾ ਸਾਰਾ ਪਰਿਵਾਰ ਇੱਕ ਇੱਕ ਕਰਕੇ ਸਾਰਾ ਮਾਰ ਦਿੱਤਾ। ਤੇ ਰਾਜ ਘਰਾਣੇ ਦੀ ਇੱਕ ਦਾਸੀ ਜਿਹੜੀ ਰਾਜੇ ਦੀ ਧੀ ਨੂੰ ਖੜਾਇਆ ਕਰਦੀ ਸੀ, ਖੜਾਵੀ ਸੀ, ਉਹਦੇ ਮਨ ਦੇ ਵਿੱਚ ਆਇਆ ਵੀ ਰਾਜੇ ਦਾ ਬਾਕੀ ਪਰਿਵਾਰ ਤਾਂ ਸਾਰਾ ਮਾਰਿਆ ਗਿਆ। ਜੇ ਰਾਜੇ ਦੀ ਅੰਸ਼ ਬਚ ਰਹੇ ਇਸ ਪਰਿਵਾਰ ਦੀ, ਉਹਨੇ ਨਿੱਕੀ ਜੀ ਬੱਚੀ ਚੁੱਕੀ ਤੇ ਉਹ ਉੱਥੋਂ ਨਿਕਲ ਗਈ। ਉਹਨੂੰ ਦਾਸੀ ਸਮਝ ਕੇ ਕਿਸੇ ਨੇ ਕੁਝ ਨਹੀਂ ਕਿਹਾ। ਉਹ ਨਿਕਲ ਗਈ, ਚੋਰ ਮੋਰੀ ਰਾਹੀਂ ਨਿਕਲ ਗਈ। ਅਨੇਕਾਂ ਰਸਤੇ ਹੁੰਦੇ ਸੀ ਰਾਜਿਆਂ ਦੇ ਬਾਹਰ ਨਿਕਲਣ ਵਾਸਤੇ, ਸੁਰੰਗਾਂ ਹੁੰਦੀਆਂ ਸੀ, ਉਹ ਬਾਹਰ ਨਿਕਲ। ਜਿਹਨੂੰ ਪ੍ਰਮਾਤਮਾ ਨੇ ਜਿਉਂਦਾ ਰੱਖਣਾ ਹੈ ਉਹ ਰੱਖ ਲੈਂਦਾ ਹੈ। ਪ੍ਰਭ ਭਾਵੈ ਬਿਨ ਸਾਸ ਦੇ ਰੱਖੇ, ਜਿਉਂਦੇ ਰੱਖ ਲੈਂਦਾ। ਬਾਹਰ ਨਿਕਲੀ। ਕਿਥੇ ਦਾਸੀ ਬੜੇ ਬੜੇ ਅਮੀਰਾਂ ਵਰਗਾ ਜੀਵਨ ਬਤੀਤ ਕਰਦੀ ਸੀ, ਪਰ ਵਿਪਤਾ ਇਹਦੇ ਤੇ ਵੀ ਪੈ ਗਈ ਨਾਲ। ਉਹਨੂੰ ਬੱਚੀ ਨੂੰ ਲੈ ਕੇ ਕਿ ਮੈਂ ਜਾਵਾਂ, ਕਿੱਥੇ ਜਾਵਾਂ। ਫੈਸਲਾ ਕੀਤਾ ਕਿ ਇੱਕੋ ਹੀ ਟਿਕਾਣਾ ਹੈ ਜਿਸ ਦਾ ਕੋਈ ਨਾ ਹੋਵੇ। ਉਹਦਾ ਰੱਬ ਹੁੰਦਾ ਹੈ, ਖੁਦਾ ਹੁੰਦਾ ਹੈ, ਜਾਂ ਫਿਰ ਖੁਦਾ ਦਾ ਨਾਮ ਜਪਣ ਵਾਲੇ ਵੀ ਖੁਦਾ ਵਰਗੇ ਹੁੰਦੇ। ਇੱਕ ਫਕੀਰ ਦਾ ਆਸ਼ਰਮ ਸੀ। ਉਹ ਬੱਚੀ ਨੂੰ ਲੈ ਕੇ ਉੱਥੇ ਪਹੁੰਚ ਗਏ। ਸੰਤਾਂ ਦੇ ਚਰਨਾਂ ਤੇ ਜਾ ਮੱਥਾ ਟੇਕਿਆ, ਗੁਪਤ ਭੇਦ ਰੱਖਿਆ। ਕਹਿਣ ਲੱਗੀ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੇਰਾ ਕੋਈ ਨਹੀਂ ਹੈ, ਨਿੱਕੀ ਜੀ ਬੱਚੀ ਹੈ, ਵੀ ਮੈਨੂੰ ਜੇ ਆਗਿਆ ਦਿਓ ਮੈਂ ਇੱਥੇ ਸੇਵਾ ਕਰ ਲੂੰ ਤੇ ਬੱਚੀ ਪਾਲ ਲੂੰ। ਸੰਤ ਨੇ ਕਿਹਾ, ਬੀਬੀ ਵੈਸੇ ਤਾਂ ਅਸੀਂ ਆਸ਼ਰਮ ਦੇ ਵਿੱਚ ਕਿਸੇ ਬੀਬੀ ਨੂੰ ਰਹਿਣ ਨਹੀਂ ਦਿੰਦੇ, ਪਰ ਹੁਣ ਜੇ ਤੇਰੇ ਤੇ ਦਇਆ ਨਾ ਕੀਤੀ ਤਾਂ ਪ੍ਰਮਾਤਮਾ ਦੀ ਨਾਰਾਜ਼ਗੀ ਹੋ ਜਾਏਗੀ, ਇਸ ਲਈ ਤੂੰ ਇਹਨੂੰ ਬੱਚੀ ਨੂੰ ਪਾਲ ਲੈ। ਆਗਿਆ ਦੇ ਦਿੱਤੀ ਪ੍ਰਹਲਾਦ ਦੀ ਤਰ੍ਹਾਂ। ਹੁਣ ਇਸ ਬੱਚੀ ਨੂੰ ਸੁਰਤ ਸੰਭਾਲਣ ਤੋਂ ਪਹਿਲਾਂ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ। ਉੱਥੇ ਕਥਾ ਹੁੰਦੀ ਸੀ ਰੋਜ਼, ਉੱਥੇ ਸ਼ੁਭ ਗੁਣਾਂ ਦੀ ਗੱਲ ਹੁੰਦੀ ਸੀ ਰੋਜ਼। ਇਹ ਬੱਚੀ ਦਾ ਹੁਣ ਕੋਰਾ ਕਾਗਜ਼ ਸੀ, ਉਹਦੇ ਉੱਤੇ ਸੰਸਕਾਰ ਪੈਂਦੇ 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 ਭਗਤੀ ਦੇ ਇਹ ਬੰਦਗੀ ਕਰਨ ਲੱਗੀ। ਬੰਦਗੀ ਕਰਦੇ ਕਰਦੇ ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹ ਕੀ ਹੋਇਆ ਜੇ ਇਸਤਰੀ ਜੰਮੇ, ਇਹ ਤਾਂ ਭਗਤੀ 'ਚ ਬਹੁਤ ਕਾਮਯਾਬ ਹੋਣ ਵਾਲੀ ਲੜਕੀ ਹੈ। ਉਹਨੇ ਨਾਮ ਦੀਆਂ ਜੁਗਤੀਆਂ ਦੱਸ ਦਿੱਤੀਆਂ ਕਿ ਬੇਟੀ ਇਸ ਤਰ੍ਹਾਂ ਧਿਆਨ ਲਾਇਆ ਕਰ, ਸੰਸਾਰ ਨਾਸਮਾਨ ਹੈ, ਕਿਸੇ ਪੁਰਸ਼ ਵੱਲ ਨਹੀਂ ਦੇਖਣਾ, ਜੇ ਦੇਖਣਾ ਤਾਂ ਪਿਓ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ, ਭਰਾ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ, ਪੁੱਤਰ ਦੀ ਦ੍ਰਿਸ਼ਟੀ ਨਾਲ ਦੇਖਣਾ। ਇਹ ਨਾਮ ਦੇ ਨਾਲ ਇੰਨਾ ਜੁੜ ਗਈ ਤੇ ਨਾਮ ਦਾ ਰਸ ਆਉਂਦਿਆਂ ਆਉਂਦਿਆਂ ਤੇ ਇਹਦੀ ਅਵਸਥਾ ਥੋੜੇ ਚਿਰ ਦੇ ਵਿੱਚ ਬਹੁਤ ਉੱਚੀ ਹੋ ਗਈ। ਜਿਉਂ-ਜਿਉਂ ਸਰੀਰ ਵਧਿਆ, ਸਰੀਰ ਦੇ ਅੰਗ ਪ੍ਰਤੰਗ ਵਧੇ, ਚਿਹਰੇ ਦੇ ਉੱਤੇ ਭਗਤੀ ਦਾ ਪ੍ਰਭਾਵ। ਫਿਰ ਰਾਜੇ ਦੀ ਧੀ ਸੀ, ਸੁੰਦਰ ਸਰੂਪ ਤਾਂ ਇਹਨੂੰ ਵਿਰਸੇ 'ਚ ਮਿਲਿਆ ਹੋਈ ਸੀ, ਸੋਹਣੇ ਅੰਗ ਪ੍ਰਤੰਗ, ਜਵਾਨ ਹੁੰਦੀ ਗਈ। ਤੇ ਜਦੋਂ ਦੇਖਿਆ ਮਹਾਂਪੁਰਸ਼ਾਂ ਨੇ ਵੀ ਲੜਕੀ ਜਵਾਨ ਹੋ ਗਈ, ਉਹਨੇ ਕਿਹਾ, ਬੀਬੀ ਦੇਖ, ਬੱਚੀ ਛੋਟੀ ਸੀ, ਪਲ ਗਈ, ਹੁਣ ਇਹ ਜਵਾਨ ਹੋ ਗਈ ਹੈ, ਹੁਣ ਤੂੰ ਆਪਣਾ ਟਿਕਾਣਾ ਕੋਈ ਹੋਰ ਦੇਖ ਲੈ, ਤੇ ਬਸ ਇੰਨਾ ਕੁ ਧਿਆਨ ਰੱਖੀ, ਇਸ ਬੱਚੀ ਦਾ ਜਿਹੜਾ ਵਿਆਹ ਹੈ ਉਹ ਕਿਸੇ ਚੰਗੇ ਘਰਾਣੇ 'ਚ ਕਰੀ, ਕਿਉਂਕਿ ਭਗਤੀ ਕਰਨ ਵਾਲੀ ਹੈ, ਕਿਸੇ ਭਗਤੀ ਭਾਵ ਵਾਲੇ ਦੇ ਕੋਲ ਹੀ ਪਰਿਵਾਰ ਜਾਣੀ ਚਾਹੀਦੀ ਹੈ। ਰਹਿਬਾ ਨੇ ਕਿਹਾ, ਗੁਰਦੇਵ ਮੇਰਾ ਤਾਂ ਸੰਕਲਪ ਹੀ ਨਹੀਂ ਹੈ ਕੋਈ, ਐਸਾ ਨਾ ਕਹੋ,
ਇਹ ਮੇਰੀ ਮਾਂ ਨੂੰ ਕਹਿ ਦਿਓ ਮੈਂ ਬੰਦਗੀ ਕਰਨੀ ਆ ਖੁਦਾ ਦੀ, ਕੁਛ ਨਹੀਂ ਕਰਨਾ। ਉਹ ਲੈ ਕੇ ਕਿਤੇ ਬਾਜ਼ਾਰ ਵਿੱਚ ਜਾ ਰਹੇ ਸੀ। ਅੱਗੇ ਸ਼ਹਿਰਾਂ ਦੇ ਵੇਸਵਾ ਦੇ ਬਾਜ਼ਾਰ ਹੋਇਆ ਕਰਦੇ ਸੀ, ਹੁਣ ਵੀ ਉਹਨਾਂ ਦੇ ਚਿੰਨ੍ਹ ਵੀ ਆ ਵੇਸਵਾ ਦਾ ਬਾਜ਼ਾਰ ਸੀ। ਰਾਜੇ ਲੋਕਾਂ ਨੇ ਇਸ ਕਰਕੇ ਬਣਾਏ ਹੋਏ ਸੀ ਵੀ ਆਮ ਜਨਤਾ ਦੇ ਵਿੱਚ ਵਿਭਚਾਰ ਨਾ ਫੈਲੇ। ਉਹ ਪਾਪੀ ਲੋਕ ਉੱਥੇ ਜਾਇਆ ਕਰਦੇ ਵਾਸ਼ਰੂਮ। ਉਹ ਜਿਹੜੀ ਕੋਠੇ ਤੇ ਬੈਠੀ ਸੀ ਧੰਦਾ ਕਰਾਉਣ ਵਾਲੀ ਵੇਸਵਾ, ਉਹਦੀ ਜਦ ਨਿਗਾਹ ਉਸ ਲੜਕੀ ਤੇ ਪਈ, ਉਹਨੇ ਕਿਹਾ ਵੀ ਇਹ ਤਾਂ ਬਹੁਤ ਪੈਸੇ ਵਟਾ ਸਕਦੀ ਹੈ, ਇਹ ਤਾਂ 10-20 ਸਾਲ ਮੈਨੂੰ ਬੜਾ ਧਨ ਕਮਾ ਕੇ ਦੇਗੀ, ਇਹਦਾ ਜਿਸਮ ਵੇਚਿਆ। ਉਹਨੇ ਗੋਲੀ ਨੂੰ ਕਿਹਾ ਵੀ ਇੱਕ ਪਾਸੇ ਹੋ ਕੇ ਕੁੜੀ ਤੇ ਇੱਕ ਪਾਸੇ ਹੋ ਕੇ ਗੱਲ ਕਰ। ਉਹਨੇ ਕਿਹਾ ਦੱਸੋ। ਉਹ ਕਹਿੰਦੀ ਮਨ ਇੱਛਤ ਧਨ ਲੈ ਲੈ ਮੇਰੇ ਕੋਲੋਂ। ਇਹ ਕੁੜੀ ਤੇਰੀ ਕੀ ਲੱਗਦੀ ਹੈ, ਧੀ ਹੈ ਤੇਰੀ? ਕਹਿੰਦੀ ਨਹੀਂ, ਪਾਲਣਾ ਮੈਂ ਕੀਤੀ ਹੈ। ਉਹ ਕਹਿੰਦੇ ਫਿਰ ਤੂੰ ਵੇਚ ਲੈ ਇਹਨੂੰ, ਸਾਰੀ ਜ਼ਿੰਦਗੀ ਮौज ਕਰੇਂਗੇ। ਉਹਦਾ ਮਨ ਬੇਈਮਾਨ ਹੋ ਗਿਆ। ਉਹਨੇ ਰਹਿਬਾ ਨੂੰ ਜਿਹੜਾ ਧੀ ਬਣਾ ਕੇ ਪਾਲਿਆ ਸੀ ਤੇ ਅੱਜ ਪੈਸਿਆਂ ਦੇ ਬਦਲੇ ਵੇਚ ਦਿੱਤਾ। ਇਹ ਸੰਸਾਰ ਇਹੋ ਜਿਹਾ ਇਸੇ ਤਰ੍ਹਾਂ ਕਰਦਾ ਆਇਆ, ਕਰ ਰਿਹਾ ਤੇ ਕਰਦਾ ਰਹੇ। ਵੇਚ ਦਿੱਤੀ ਕੁੜੀ। ਹੁਣ ਲੜਕੀ ਨੂੰ ਪਤਾ ਨਹੀਂ ਮੇਰਾ ਸੌਦਾ ਹੋ ਗਿਆ, ਪਤਾ ਉਦੋਂ ਹੀ ਲੱਗਿਆ। ਉਹ ਕਹਿੰਦੀ ਕੁੜੀਏ ਵੀ ਤੂੰ ਇਹ ਬੀਬੀ ਨਾਲ ਚੱਲ, ਮੈਂ ਆਉਣੀ ਆ। ਉਹਨੇ ਕੀ ਆਉਣਾ ਤੇ ਛੱਡ ਕੇ ਨੜਕੀ। ਉਹਦਾ ਜਦੋਂ ਦਇਆ ਆਈ ਉਦੋਂ ਆਪਣੀ ਜਾਨ ਹੀਲ ਕੇ ਕੁੜੀ ਨੂੰ ਬਚਾਇਆ ਬਚਪਨ 'ਚ, ਤੇ ਜਦੋਂ ਬੇਈਮਾਨਾ ਆ ਗਿਆ ਤੇ ਅੱਜ ਉਹੀ ਕੁੜੀ ਨੂੰ ਵੇਚ ਦਿੱਤਾ, ਉਹ ਵੀ ਬੇਸਵਾ ਨੂੰ। ਪਰ ਜਿਹਦੇ ਬਲ ਪਰਮਾਤਮਾ ਹੋ ਜਾਏ ਉਹਦਾ ਤਾਂ ਬਾਲ ਪਿੰਗਾ ਨਹੀਂ ਹੁੰਦਾ। ਕੁਆਰੀ ਕੁੜੀ ਤੇ ਬੰਦਗੀ ਹੈ, ਉਹਨੂੰ ਬੇਸਵਾ ਦੇ ਕੋਠੇ ਤੇ ਵੀ ਉਹਨੇ ਪਰਮਾਤਮਾ ਦਾ ਰੂਪ ਹੀ ਦਿਸਿਆ ਸਾਰਾ। ਬੰਦਗੀ 'ਚ ਪਰਮਾਤਮਾ ਦੀ ਦਇਆ ਹੋ ਗਈ। ਇੱਕ ਬੜਾ ਸ਼ਾਹੂਕਾਰ, ਉਹ ਜਿਸਮ ਵੇਚਣ ਵਾਲੀ ਦੇ ਨਾਲ ਗੱਲ ਕੀਤੀ ਸੀ, ਮੈਨੂੰ ਇਹੋ ਜਿਹਾ ਜਿਸਮ ਚਾਹੀਦਾ ਜਿਹੜਾ ਕੋਰਾ ਹੋਵੇ, ਪਹਿਲਾਂ ਕਿਸੇ ਨਾਲ ਸੰਗ ਨਾ ਕੀਤਾ ਹੋਵੇ, ਪੈਸੇ ਜਿੰਨੇ ਮਰਜ਼ੀ ਲੈ ਲੈ। ਪੈਸੇ ਮੂੰਹ ਮੰਗੇ ਦੇ ਦਿੱਤੇ। ਉਹ ਸ਼ਾਹੂਕਾਰ ਜਿਸ ਵੇਲੇ ਕੋਠੇ ਦੀਆਂ ਪੌੜੀਆਂ ਚੜ੍ਹਨ ਲੱਗਾ, ਅੱਖਾਂ ਤੋਂ ਅੰਨਾ ਹੋ ਗਿਆ। ਜਦੋਂ ਅੱਖਾਂ ਤੋਂ ਅੰਨਾ ਹੋਇਆ, ਕਹਿਣ ਲੱਗਾ ਇਹ ਕੀ ਹੋ ਗਿਆ, ਅਚਾਨਕ ਮੇਰੀ ਨਿਗਾਹ ਚਲੀ ਗਈ। ਜਦ ਪਿੱਛੇ ਨੂੰ ਮੁੜੇ ਅੱਖਾਂ ਨਾ ਕੰਮ ਕਰਨ। ਇੱਕ ਵਾਰੀ ਹੋਇਆ, ਤੀਸਰੀ ਵਾਰੀ ਨੂੰ ਐਸਾ ਹੋਇਆ ਵੀ ਮੁੜ ਕੇ ਅੱਖਾਂ ਪਿੱਛੇ ਨੂੰ ਮੁੜਨ ਤੇ ਵੀ ਠੀਕ ਨਾ ਹੋਈਆਂ, ਅੰਨਾ ਹੋ ਗਿਆ। ਉਹਨੇ ਕਿਹਾ ਓਹੋ, ਮੈਂ ਜਿਸ ਵਾਸ਼ਨਾ ਨੂੰ ਪੂਰੀ ਕਰਨ ਵਾਸਤੇ, ਇਹ ਤਾਂ ਕੋਈ ਦੇਵੀ ਹੈ, ਮੇਰੀ ਗਲਤੀ ਹੈ ਬਹੁਤ। ਉਹਨੇ ਉਸੇ ਵੇਲੇ ਕਿਹਾ ਹੇ ਖੁਦਾ, ਹੇ ਖੁਦਾ ਦੀ ਬਰਕਤ ਵਾਲੀ ਬੀਬੀ, ਮੈਂ ਆਪਣੀ ਗਲਤੀ ਮਹਿਸੂਸ ਕਰਦਾ ਹਾਂ। ਐ ਦੇਵੀ ਜੇ ਮੇਰੀਆਂ ਅੱਖਾਂ ਵਾਪਸ ਕਰ ਦੇਵੇਂ, ਮੈਂ ਖੁਦਾ ਨੂੰ ਜਾਮਨ ਸਮਝ ਕੇ ਇੱਕ ਪਰਣ ਕਰਦਾ ਕਿ ਇੱਕ ਤਾਂ ਮੇਰੀ ਮਾਂ ਉਹ ਹੈ ਜਿਹਨੇ ਮੈਨੂੰ ਜਿਸਮ ਦਿੱਤਾ, ਜਿਹਦੇ ਮੈਂ ਪੇਟ ਵਿੱਚ ਰਿਹਾ, ਤੇ ਮੈਂ ਦੂਸਰੀ ਤੈਨੂੰ ਮਾਂ ਮੰਨ ਕੇ ਤੇਰੇ ਪੈਰਾਂ ਤੇ ਮੱਥਾ ਟੇਕਾਂਗਾ, ਪਰ ਮੇਰੀ ਨਿਗਾਹ ਵਾਪਸ ਆ ਜਾਏ। ਖੁਦਾ ਦੀ ਰਹਿਮਤ ਉਹਦੀ ਨਿਗਾਹ ਵਾਪਸ ਆ ਗਈ। ਦਰਵਾਜ਼ਾ ਖੋਲ ਕੇ ਅੰਦਰ ਵੜਿਆ ਤੇ ਪੈਰਾਂ ਦੇ ਉੱਤੇ ਸਿਰ ਰੱਖ ਦਿੱਤਾ, ਰੋਇਆ। ਮਾਂ ਕਹਿ ਕੇ ਰੋਇਆ, ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਰੋਂਦਾ ਹੈ। ਕਹਿੰਦਾ ਮਾਂ ਮੈਨੂੰ ਮਾਫ ਕਰ ਦੇ, ਮੈਂ ਮੰਦੀ ਵਾਸ਼ਨਾ ਨਾਲ ਤੇਰੇ ਨਾਲ ਵਿਭਚਾਰ ਕਰਨ ਆਇਆ ਸੀ, ਤੂੰ ਤਾਂ ਖੁਦਾ ਦਾ ਰੂਪ ਹੈ। ਉਹ ਚੁੱਪ ਰਹੀ ਕਿ ਖੁਦਾ ਨੇ ਰਹਿਮਤ ਕੀਤੀ। ਕਿਹਾ ਮਾਂ ਜਿੰਨਾ ਚਿਰ ਮਾਫ ਨਹੀਂ ਕਰੇਗੀ ਮੈਂ ਸਿਰ ਪੈਰਾਂ ਤੋਂ ਚੁੱਕਾਂਗਾ ਨਹੀਂ। ਸਿਰ ਤੇ ਹੱਥ ਰੱਖਿਆ, ਕਹਿਣ ਲੱਗੀ ਤੂੰ ਪਛਤਾਵਾ ਕੀਤਾ ਹੈ, ਇਸ ਕਰਕੇ ਜਾ ਮਾਫ ਕੀਤਾ ਤੇ ਖੁਦਾ ਵੀ ਤੈਨੂੰ ਮਾਫ ਕਰ ਦੇਗਾ, ਪਰ ਅੱਗੇ ਵਾਸਤੇ ਇਹੋ ਜੀ ਬਾਸ਼ਨਾ ਲੈ ਕੇ ਕਿਸੇ ਦੀ ਧੀ ਭੈਣ ਦੇ ਮਗਰ ਨਾ ਜਾਣਾ। ਮੇਰੇ ਨਾਲ ਧੋਖਾ ਹੋਇਆ ਹੈ, ਮੇਰੇ ਮਾਂ-ਬਾਪ ਮਾਰੇ ਗਏ, ਸਾਡੇ ਘਰ ਦੀ ਨੌਕਰਾਨੀ, ਮੈਨੂੰ ਤਾਂ ਦੇਰ ਬਾਅਦ ਪਤਾ ਲੱਗਿਆ, ਮੈਨੂੰ ਵੇਚ ਦਿੱਤਾ ਗਿਆ ਹੈ। ਕਹਿਣ ਲੱਗਾ ਮਾਂ, ਅੱਖਾਂ 'ਚ ਹੰਝੂ ਨੂੰ, ਮੈਂ ਹੁਣ ਤੈਨੂੰ ਮਾਂ ਕਹਿ ਦਿੱਤਾ ਹੈ, ਹੁਣ ਇਹ ਕਿਵੇਂ ਹੋ ਸਕਦਾ ਵੀ ਮੇਰੀ ਮਾਂ ਕੋਠੇ ਦੇ ਉੱਤੇ ਬੈਠੇ ਧੰਦਾ ਕਰਨ ਵਾਲੀ ਕੋਲ? ਜੇ ਤੂੰ ਸਹਿਮਤ ਹੈ, ਮੈਂ ਤੈਨੂੰ ਮਾਂ ਕਿਹਾ ਤੇ ਮਾਂ ਕਹਿੰਦਾ ਰਹਾਂਗਾ,
ਤੇ ਮਾਂ ਸਮਝ ਕੇ ਤੇਰੀ ਸੇਵਾ ਕਰਾਂਗਾ, ਕਿਉਂਕਿ ਮੇਰੀ ਮਾਂ ਸੰਸਾਰ ਤੋਂ ਜਾ ਚੁੱਕੀ ਹੈ। ਮੈਂ ਆਪਣੀ ਮਾਂ ਦੀ ਸ਼ਕਲ ਤੇਰੇ ਵਿੱਚ ਦੇਖ ਕੇ ਤੇਰੇ ਚਰਨਾਂ ਦੀ ਪੂਜਾ ਕਰਾਂਗਾ, ਤੂੰ ਮੈਨੂੰ ਆਗਿਆ ਦੇ। ਉਹਨੇ ਕਿਹਾ ਠੀਕ ਹੈ, ਜੇ ਤੇਰੇ ਮਨ 'ਚ। ਉਹ ਬੇਸਵਾ ਕੋਲ ਗਿਆ, ਜਾ ਕੇ ਕਹਿੰਦਾ ਵੀ ਮੈਨੂੰ ਜਿੰਨਾ ਮਰਜ਼ੀ ਧਨ ਲੈ ਲੈ, ਇਹ ਲੜਕੀ ਸਦਾ ਵਾਸਤੇ ਮੈਂ ਆਪਣੀ ਮਾਂ ਬਣਾ ਲਈ ਹੈ। ਆਹ ਭਾਣਾ ਵਰਤਿਆ, ਅੱਖਾਂ ਤੋਂ ਅੰਨਾ ਹੋ ਗਿਆ ਸੀ ਮੈਂ। ਉਹ ਬੇਸਵਾ ਵੀ ਡਰ ਗਈ। ਉਹਨੇ ਕਿਹਾ, ਉਹਨੇ ਜਿੰਨੇ ਪੈਸੇ ਦਿੱਤੇ ਸੀ ਉਸ ਨੂੰ ਵੇਚਣ ਵਾਲੀ ਨੂੰ, ਜਿਹੜੀ ਵੇਚ ਕੇ ਗਈ ਸੀ ਰਹਿਬਾ ਨੂੰ, ਉਹਨੇ ਦੁੱਗਣਾ ਧਨ ਲਿਆ, ਤਿੱਗਣਾ ਲਿਆ, ਇਹ ਨਹੀਂ ਲਿਖਿਆ ਹੋਇਆ, ਪਰ ਉਹਨੇ ਲੜਕੀ ਉੱਥੋਂ ਭੇਜ ਦਿੱਤੀ। ਉਹ ਅਮੀਰ ਆਪਣੇ ਘਰ ਲੈ ਕੇ ਗਿਆ। ਰੋਜ਼ ਇੱਕ ਵਾਰੀ ਆਪਣੀ ਮਾਂ ਸਮਝ ਕੇ ਪੈਰਾਂ ਤੇ ਮੱਥਾ ਟੇਕਿਆ ਕਰੇ, ਆਗਿਆ ਦਾ ਪਾਲਣ ਕਰੇ। ਉਹਦੀ ਸੰਗਤ ਕਰਕੇ ਉਹ ਅਮੀਰ ਦੇ ਮਨ ਦੇ ਵਿੱਚ ਵੀ ਸਾਰੇ ਵਿਕਾਰ ਖਤਮ ਹੋ ਗਏ ਤੇ ਉਹ ਵੀ ਬੰਦਗੀ ਕਰਨ ਲੱਗਿਆ। ਰਲ ਮਿਲ ਕੇ ਬੰਦਗੀ ਕਰਦੇ ਰਹੇ। ਇੱਕ ਦਿਨ ਦੀ ਗੱਲ ਹੈ, ਸਮਾਂ ਗੁਜ਼ਰਿਆ। ਕਹਿੰਦਾ ਮਾਂ ਇੱਕ ਬੇਨਤੀ ਹੈ। ਕਹਿੰਦੀ ਹਾਂ ਪੁੱਤਰ। ਉਹ ਵੀ ਪੁੱਤਰ ਕਿਹਾ। ਕਹਿੰਦਾ ਵੀ ਵੈਸੇ ਤਾਂ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਤੇਰੀ ਸੇਵਾ ਵਿੱਚ। ਕਹਿੰਦੀ ਪੁੱਤਰ ਮੈਂ ਬੜੀ ਪ੍ਰਸੰਨ ਹਾਂ। ਕਹਿੰਦੀ ਸੱਚ ਤਾਂ ਇਹ ਹੈ ਵੀ ਹੋ ਸਕਦਾ ਹੈ ਮੇਰੇ ਗ੍ਰਸਤੀ ਜੀਵਨ ਦੇ ਵਿੱਚ ਜੇ ਮੇਰੇ ਪੇਠੋਂ ਬੱਚਾ ਜੰਮਦਾ, ਸ਼ਾਇਦ ਇੰਨੀ ਸੇਵਾ ਮੇਰਾ ਪੁੱਤ ਨਾ ਕਰ ਸਕਦਾ, ਇੰਨਾ ਸੁੱਖ ਮੇਰਾ ਪੁੱਤ ਨਾ ਦੇ ਸਕਦਾ, ਪਰ ਇਹ ਸਾਰੇ ਸੁੱਖ ਤੇ ਜੰਮੀ ਜਮਾਈ ਸੰਤਾਨ ਮੈਨੂੰ ਖੁਦਾ ਨੇ ਦਿੱਤੀ ਹੈ, ਮੈਂ ਤਾਂ ਉਹਦੀ ਬੰਦਗੀ ਕਰਨ ਵਾਲੀ ਹਾਂ। ਨਹੀਂ ਬੇਟਾ, ਸਭ ਸੁੱਖ ਮੇਰੇ ਕੋਲ, ਮੈਂ ਬੜੀ ਖੁਸ਼ ਹਾਂ। ਕਹਿੰਦੇ ਫਿਰ ਵੀ ਮਾਂ ਸੰਕੋਚ ਨਾ ਕਰੀ। ਕਹਿੰਦੀ ਪੁੱਤਰ ਫਿਰ ਜੇ ਪੁੱਛਿਆ, ਫਿਰ ਇੱਕ ਮੇਰੀ ਇੱਛਾ ਬਾਕੀ ਰਹਿੰਦੀ ਹੈ, ਜ਼ਿੰਦਗੀ ਦੀ ਬਾਕੀ ਕੋਈ ਇੱਛਾ ਨਹੀਂ ਰਹੀ। ਕੀ? ਕਹਿੰਦੀ ਮੈਂ ਮੱਕੇ ਦਾ ਹੱਜ ਕਰਨਾ ਚਾਹੁੰਦੀ। ਉਹਨੇ ਕਿਹਾ ਮਾਂ ਤੇਰਾ ਸਾਰਾ ਪ੍ਰਬੰਧ ਮੈਂ ਕਰਦਾ। ਜਮਾਤ ਜਾਣੀ ਸੀ ਮੁਸਲਮਾਨਾਂ ਦੀ, ਤੇ ਉਹ ਹਾਜੀ ਲੋਕਾਂ ਦੀ ਜਮਾਤ ਚੱਲੀ ਸੀ। ਉਹਨੇ ਕਿਹਾ ਵੀ ਮੇਰੀ ਮਾਂ ਨੂੰ ਲੈ ਜਾਓ ਨਾਲ। ਉਹਦੇ ਕੁਝ ਬੀਬੀਆਂ ਸੀ, ਕਹਿੰਦੇ ਕੋਈ ਦਿੱਕਤ। ਸਾਰਾ ਖਰਚਾ ਦੇ ਦਿੱਤਾ। ਰਹਿਬਾਂ ਤੁਰ ਪਈ। ਮੱਕਾ ਜੇ 60 ਕੋਹ ਤੇ ਸੀ। ਉੱਥੇ ਇੱਕ ਖੂਹ ਸੀ ਤੇ ਕੁਝ ਲੋਕਾਂ ਨੇ ਉੱਥੇ ਆਰਾਮ ਕੀਤਾ। ਤੇ ਰਹਿਬਾਂ ਨੇ ਉਹਨਾਂ ਨੂੰ ਕਿਹਾ ਹਾਜੀ ਨੂੰ ਵੀ ਤੁਸੀਂ ਚੱਲੋ, ਵੀ ਮੈਂ ਥੋੜਾ ਜਿਹਾ ਬੰਦਗੀ ਕਰਕੇ ਤੁਹਾਡੇ ਨਾਲ ਰਲਦੀ ਹਾਂ। ਤੁਰਦਿਆਂ ਨਾ ਕਿਤੇ ਖਿਆਲ ਜਿਹੜਾ ਸੀ ਬੰਦਗੀ ਵੱਲੋਂ ਇੱਧਰ ਉੱਧਰ ਹੋ ਗਿਆ, ਮੈਨੂੰ ਥੋੜੀ ਜਿਹੀ ਖੁਦਾ ਦੀ ਇਬਾਦਤ ਕਰ ਲੈਣ। ਤੇ ਉੱਥੇ ਉਹ ਖੁਦਾ ਦੀ ਇਬਾਦਤ ਕੀਤੀ, ਨਮਾਜ਼ ਪੜ੍ਹੀ। ਉਹ ਜਦੋਂ ਇਬਾਦਤ ਕਰਦੀ ਸੀ, ਉੱਥੇ ਇੱਕ ਕੁੱਤੀ ਸੂਈ ਹੋਈ ਸੀ। ਕਤੂਰੇ ਬਿਲਕੁਲ ਚੌਂ ਚੌਂ ਕਰਨ, ਪਿਆਸ ਲੱਗੀ ਹੋਈ ਹੈ। ਤੇ ਕੁੱਤੀ, ਕਈ ਜਾਨਵਰ ਬੜੇ ਸਿਆਣੇ ਹੁੰਦੇ ਨੇ, ਉਹ ਰਹਿਬਾਂ ਵੱਲ ਨੂੰ ਮੂੰਹ ਕਰ ਕਰਕੇ ਭੌਂਕੇ ਵੀ ਬਾਕੀ ਤਾਂ ਮਰਦ ਸੀ, ਵੀ ਮੈਂ ਵੀ ਨਰ ਮਾਦਾ ਦੇ ਵਿੱਚੋਂ, ਮੈਂ ਮਾਦਾ ਤੂੰ ਵੀ ਮਾਦਾ, ਮੇਰੀ ਸਹਾਇਤਾ ਕਰ। ਰਹਿਬਾਂ ਦੀ ਗੱਲ ਸਮਝ ਨਾ ਆਵੇ ਵੀ ਕੁੱਤੀ ਵੱਢਦੀ ਹੈ ਨਹੀਂ, ਮੈਨੂੰ ਕੱਟਦੀ ਨਹੀਂ ਹੈ, ਪਰ ਭੌਂਕੀ ਜਾਂਦੀ ਹੈ। ਉਹਨੇ ਉਹਦੀ ਫੜ ਕੇ ਸਲਵਾਰ ਐਂ ਖਿੱਚ ਕੇ ਖੂਹ ਦੇ ਕਿਨਾਰੇ ਤੇ ਲੈ ਗਈ। ਖੂਹ ਦੇ ਵਿੱਚ ਮੂੰਹ ਕਰਕੇ ਫਿਰ ਕੁੱਤੀ ਭੌਂਕੀ। ਉਹਨੇ ਕਿਹਾ ਅੱਛਾ ਮੈਂ ਸਮਝ ਗਈ, ਤੈਨੂੰ ਪਾਣੀ ਚਾਹੀਦਾ। ਦੇਖਿਆ ਕੋਈ ਡੋਲ ਨਹੀਂ, ਡੋਰੀ ਨਹੀਂ, ਕੀ ਕੀਤਾ ਜਾਏ? ਡੋਰੀ ਤੋਂ ਬਿਨਾਂ ਪਾਣੀ ਨਹੀਂ ਕੱਢਿਆ ਜਾ ਸਕਦਾ। ਤਰਤੀਬ ਕੀ ਸੁਝੀ ਕਿ ਆਪਣਾ ਜਿਹੜਾ ਦੁਪੱਟਾ ਹੈ ਇਹ ਪਾਣੀ 'ਚ ਭਿੱਜੇ ਤੇ ਪਾਣੀ ਬਾਹਰ ਆਵੇ, ਮੈਂ ਇੱਕ ਚੂੜੀ ਮੂਹਰੇ ਕਰਕੇ ਕੁੱਤੀ ਨੂੰ ਤੇ ਕਤੂਰਿਆਂ ਨੂੰ ਪਾਣੀ ਪਿਆਵਾਂਗੇ। ਦਇਆ ਆ ਗਈ। ਮਹਾਰਾਜ ਨੇ ਐਵੇਂ ਕਿਹਾ ਦਇਆ ਭੰਡਾਰਨ, ਸਾਰੇ ਗੁਣਾਂ ਦਾ ਭੰਡਾਰਾ ਹੈ। ਹੁਣ ਡੋਰੀ ਬਣਾਉਣ ਵਾਸਤੇ ਇਹਦੇ ਲੰਮੇ ਲੰਮੇ ਕੇਸ ਸੀ। ਕਈਆਂ ਦੇ ਬੀਬੀਆਂ ਦੇ ਭਾਈਆਂ ਦੇ ਬਹੁਤ ਲੰਮੇ ਕੇਸ ਹੁੰਦੇ ਨੇ ਜਿਹੜੇ ਗਿੱਟਿਆਂ ਤੱਕ ਜਾਂਦੇ ਆ। ਉਹਨੇ ਚੁਟਕੀ ਪਟਣੀ ਤੇ ਕੇਸ ਪੱਟ ਕੇ, ਤੇ ਹੁਣ ਜਿੱਥੋਂ ਕੇਸ ਪੁੱਟੇ ਉੱਥੇ ਲਹੂ ਚੱਲ ਪਿਆ। ਆਪਣੇ ਸਿਰ ਦੇ ਕੇਸ ਪੁੱਟ ਕੇ ਇਹਨੇ ਰੱਸੀ ਵੱਟੀ, ਕਿਉਂਕਿ ਖੂਹ ਦੇ ਹੇਠਾਂ ਤੱਕ ਰੱਸੀ ਲੰਮੀ ਚਾਹੀਦੀ ਸੀ। ਸਿਰ ਦੇ ਵਿੱਚੋਂ ਖੂਨ ਸਿਮਦਾ ਹੈ, ਕੋਈ ਪਰਵਾਹ ਨਹੀਂ ਕੀਤੀ। ਕਹਿੰਦੀ ਜਿਸਮ ਵੇਚ ਦਿੱਤਾ ਸੀ ਉਸ ਵੇਲੇ, ਖਬਰਾਂ ਕੀ ਹੁੰਦਾ, ਬੰਦਗੀ ਕਰਨੀ ਸੀ, ਕਰ ਰਹੀ ਹੈ। ਰੱਸੀ ਵੱਟੀ, ਖੂਨ ਵਗਦਾ ਗਿਆ ਤੇ ਰੱਸੀ ਦੇ ਨਾਲ ਆਪਣਾ ਦੁਪੱਟਾ ਬੰਨ੍ਹ ਦਿੱਤਾ। ਉਹ ਪਾਣੀ 'ਚ ਭਿੱਜਿਆ, ਬਾਹਰ ਉਠਾਇਆ, ਇੱਕ ਹੱਥ ਕੁੱਤੀ ਦੇ ਮੂਹਰੇ ਕੀਤਾ, ਪਾਣੀ ਨਿਚੋੜਿਆ, ਫੇਰ ਕੱਢਿਆ। ਜਦੋਂ ਕੁੱਤੀ ਤ੍ਰਿਪਤ ਹੋ ਗਈ, ਕਤੂਰਿਆਂ ਨੂੰ ਪਾਣੀ ਪਿਆਇਆ ਤੇ ਕਤੂਰਿਆਂ ਨੂੰ ਪਾਣੀ ਪਿਆ ਕੇ ਫਿਰ ਬੰਦਗੀ ਕਰਨ ਲੱਗੀ ਕਿ ਜਿਹੜਾ ਮੈਂ ਬੰਦਗੀ ਕਰਨ ਵੇਲੇ ਕੁੱਤੀ ਤੇ ਕਤੂਰਿਆਂ ਨੇ ਰੌਲਾ ਪਾਇਆ ਵੀ ਮੇਰਾ ਮਨ ਇਕਾਗਰ ਨਹੀਂ ਹੋਇਆ। ਤੇ ਜਿਸ ਵੇਲੇ ਅੱਖਾਂ ਖੋਲੀਆਂ, ਸਾਹਮਣੇ ਕੀ ਦੇਖਿਆ? ਮੱਕਾ, ਕਾਬਾ। ਕਿਵੇਂ ਹੈ? ਅਜੇ ਤਾਂ ਬਹੁਤ ਦੂਰ ਸੀ ਕਾਬਾ।
ਆਵਾਜ਼ ਆਈ ਰਹਿਵਾਂ, ਲੋਕੀ ਜਾਂਦੇ ਨੇ ਮੇਰੇ ਕਾਬੇ ਦਾ ਹੱਜ ਕਰਨ, ਪਰ ਤੂੰ ਜੋ ਦਇਆ ਕੀਤੀ ਹੈ ਨਾ ਕਤੂਰਿਆਂ ਦੇ ਉੱਤੇ, ਇਸ ਕੁੱਤੀ ਦੇ ਉੱਤੇ, ਕਹਿੰਦੇ ਹੁਣ ਕਾਬਾ ਤੇਰਾ ਹੱਜ ਕਰਨ ਵਾਸਤੇ ਆ ਗਿਆ, ਇੱਥੋਂ ਹੀ ਦੀਦਾਰ ਕਰ ਲੈ, ਅੱਜ ਤੋਂ ਬਾਅਦ ਕਦੇ ਤੈਨੂੰ ਸੰਕਲਪ ਕਰਨ ਦੀ ਲੋੜ ਨਹੀਂ ਹੈ। ਉਸ ਵੇਲੇ ਫਿਰ ਭਿੱਜ ਗਈ, ਗੁੜਚ ਹੋ ਗਈ, ਪ੍ਰੇਮ ਦੇ ਵਿੱਚ ਅੱਖਾਂ ਚੋਂ ਨੀਰ ਵਹਿੰਦਾ ਕਿ ਖੁਦਾ ਤੂੰ ਮੇਰੇ ਵਾਸਤੇ ਆਪਣਾ ਘਰ ਇੱਥੇ ਲੈ ਆਂਦਾ। ਇਸ ਕਰਕੇ ਲਿਖਿਆ, ਕਹਿੰਦੇ ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਆ ਦੇਖ ਦਇਆ ਕੇ ਕਾਮ। ਇਹ ਦਇਆ ਦੇ ਕੰਮ ਨਾ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਜਬਲਾ ਘਟ ਮੇ ਭਰਾ। ਇਸ ਕਰਕੇ ਨਿੱਕੇ ਕੀੜੇ ਤੇ ਵੀ ਦਇਆ ਕਰੋ, ਜਾਨਵਰਾਂ ਤੇ ਦਇਆ ਕਰੋ, ਤੇ ਪਸ਼ੂ ਪੰਛੀਆਂ ਤੇ ਦਇਆ ਕਰੋ। ਇਹ ਦਇਆ ਦਾ ਇਹ ਭੰਡਾਰਨ ਹੈ, ਭੰਡਾਰਾ ਇੱਥੋਂ ਹੀ ਨਿਕਲਣਾ, ਫਿਰ ਦਇਆ ਭੰਡਾਰਨ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ। ਤੇ ਉਧਰ ਇਬਰਾਹੀਮ ਪੈਗੰਬਰ ਕਿਤੇ ਆਇਆ ਸੀ ਮੱਕੇ ਦਾ ਹੱਜ ਕਰਨ ਵਾਸਤੇ, ਦੇਖਿਆ ਕਾਬਾ ਹੈ ਨਹੀਂ ਇੱਥੇ। ਉਹ ਕਹਿੰਦੇ ਜੀ ਪਤਾ ਨਹੀਂ ਕੀ ਭਾਣਾ ਵਰਤਿਆ ਵੀ ਇਧਰ ਨੂੰ ਪਤਾ ਲੱਗਿਆ ਵੀ ਕਾਬਾ ਤਾਂ ਤੁਰਿਆ ਜਾਂਦਾ ਸੀ ਇੱਧਰ ਨੂੰ, ਹਾਲਾਂਕਿ ਇਮਾਰਤ ਵੀ ਕਦੇ ਤੁਰਦੀ ਹੁੰਦੀ ਹੈ ਸਾਧ ਸੰਗਤ ਜੀ, ਪਰ ਖੁਦਾ ਕੀ ਨਹੀਂ ਕਰ ਸਕਦਾ ਕਿ ਮੰਦਿਰ ਵੀ ਕਿਵੇਂ ਘੁੰਮਦਾ ਹੁੰਦਾ ਹੈ। ਔਂਡਾ ਸ਼ਹਿਰ ਦੇ ਨਾਮਦੇਵ ਦਾ ਕਿਵੇਂ ਘੁੰਮ ਗਿਆ, ਪਰਮਾਤਮਾ ਦੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਕਿਵੇਂ ਘੁੰਮ ਗਿਆ। ਇਬਰਾਹੀਮ ਪੈਗੰਬਰ ਚੱਲ ਪਿਆ, ਪਤਾ ਲੱਗਿਆ ਕੋਈ ਬਹੁਤ ਵੱਡੀ ਖੁਦਾ ਦੀ ਭਗਤਣੀ ਹੈ, ਬੰਦਗੀ ਕਰਨ ਵਾਲੀ। ਕਹਿੰਦਾ ਵੀ ਚੱਲ ਕੇ ਮੈਂ ਪੁੱਛਾਂ ਸਹੀ, ਐਡੀ ਕਿਹੜਾ ਸਾਧਨ ਤਾਂ ਕੀਤਾ ਮੈਂ ਵੀ ਕਰਾਂ, ਮੈਂ ਪੈਗੰਬਰ ਹਾਂ। ਲੋਕੀ ਪੈਗੰਬਰ ਕਹਿੰਦੇ ਨੇ, ਮੈਨੂੰ ਤਾਂ ਕਦੇ ਖੁਦਾ ਦਾ ਘਰ ਚੱਲ ਕੇ ਨਹੀਂ ਆਇਆ, ਮੇਰੇ ਕੋਲ ਮੈਂ ਖੁਦ ਚੱਲ ਕੇ ਆਉਣਾ। ਰਸਤੇ ਦੇ ਵਿੱਚ ਕਿਉਂਕਿ 60 ਕੋਹ ਸੀ, 30 ਕੋਹਾਂ ਤੇ ਆਰਾਮ ਕੀਤਾ, ਰਾਤ ਕੱਟੀ। ਤਕੀਏ ਦੇ ਵਿੱਚ ਜੋ ਸਵੇਰੇ ਤੁਰਿਆ, ਰਹਿਬਾਂ ਦੇ ਕੋਲ ਪਹੁੰਚਿਆ। ਉਸ ਵੇਲੇ ਰਹਿਬਾਂ ਦੇ ਕੋਲ ਪੰਛੀ ਤੇ ਜਾਨਵਰ ਇੱਕ ਦੂਜੇ ਦੇ ਵਿਰੋਧੀ ਸਾਰੇ ਆਲੇ ਦੁਆਲੇ ਐਂ ਬੈਠੇ ਜਿਵੇਂ ਪਰਿਵਾਰ ਬੈਠਾ ਹੁੰਦਾ, ਵਿਚਾਲੇ ਰਹਿਬਾਂ ਬੈਠੀ। ਜਦੋਂ ਆਇਆ ਇਬਰਾਹੀਮ ਪੈਗੰਬਰ ਤੇ ਸਾਰੇ ਹੀ ਦੌੜ ਗਏ। ਸਵਾਲ ਇੱਕ ਦੇ ਥਾਂ ਤੇ ਦੋ ਖੜੇ ਹੋ ਗਏ। ਰਹਿਬਾਂ ਨੂੰ ਆ ਕੇ ਮਿਲਿਆ, ਕਹਿੰਦਾ ਰਹਿਬਾਂ ਸਵਾਲ ਤਾਂ ਇੱਕ ਸੀ ਪਰ ਤੇਰੇ ਕੋਲ ਆ ਕੇ ਦੋ ਖੜੇ ਹੋ ਗਏ, ਤੇ ਹੁਣ ਕਿਹੜਾ ਸਵਾਲ ਪਹਿਲਾਂ ਪੁੱਛਾਂ। ਕਹਿੰਦੀ ਪੈਗੰਬਰ ਸਾਹਿਬ ਤੁਸੀਂ ਜਿਹੜਾ ਮਰਜ਼ੀ ਪੁੱਛੋ। ਕਹਿੰਦੀ ਫਿਰ ਪਹਿਲੀ ਤਾਂ ਗੱਲ ਇਹ ਹੈ ਵੀ ਇਹ ਦੱਸ ਵੀ ਮੇਰੇ ਆਉਣ ਦੇ ਨਾਲ ਇਹ ਪਸ਼ੂ ਪੰਛੀ ਕਿਉਂ ਨੱਠ ਗਏ, ਤੇਰੇ ਦੁਆਲੇ ਬੈਠੇ ਸੀ। ਕਹਿੰਦੀ ਰਾਤ ਇਹ ਦੱਸੋ ਵੀ ਤੁਸੀਂ ਖਾਣੇ 'ਚ ਕੀ ਖਾਧਾ। ਕਹਿੰਦਾ ਗੋਸ਼ਤ ਮਾਸ ਖਾਧਾ। ਕਹਿੰਦੀ ਫਿਰ ਇਹ ਤੇਰੇ ਸਵਾਲ ਦਾ ਉੱਤਰ ਤੈਨੂੰ ਮਿਲ ਗਿਆ, ਤੂੰ ਇਹਨਾਂ ਨੂੰ ਮਾਰ ਮਾਰ ਕੇ ਖਾਣ ਵਾਲਾ ਹੈ, ਮੈਂ ਇਹਨਾਂ ਨੂੰ ਮਰਦਿਆਂ ਨੂੰ ਬਚਾਉਣ ਵਾਲੀ ਹਾਂ, ਮੈਂ ਦਇਆ ਕਰਦੀ ਹਾਂ, ਤੂੰ ਇਹਨਾਂ ਨੂੰ ਵੱਢ ਵੱਢ ਕੇ ਖਾ ਰਿਹਾ, ਇਸ ਕਰਕੇ ਤਾਂ ਨੱਠ ਗਏ। ਤੈਨੂੰ ਦੁਸ਼ਮਣ ਸਮਝਿਆ, ਤੂੰ ਇਹਨਾਂ ਦਾ ਦੁਸ਼ਮਣ। ਕਹਿੰਦਾ ਚਲੋ ਇਹ ਮੈਨੂੰ ਪਤਾ ਲੱਗ ਗਿਆ। ਤੇ ਹੋਇਆ ਕੀ ਹੈ, ਕਹਿਣ ਲੱਗੀ ਆ ਮੇਰਾ ਸਿਰ ਦੇਖ ਲੈ ਪੈਗੰਬਰ, ਗੱਲਾਂ ਕਰਨੀਆਂ ਸੌਖੀਆਂ ਨੇ, ਖੂਨ ਸਿਮਿਆ ਹੋਇਆ, ਇਹ ਕੀ ਬਣਿਆ। ਕਹਿੰਦੀ ਆ ਕੁੱਤੀ ਨੂੰ ਤੇ ਕਤੂਰਿਆਂ ਨੂੰ ਪਾਣੀ ਪਿਆ ਸੀ, ਇਸ ਕਰਕੇ ਖੁਦਾ ਨੇ ਮੇਰਾ ਹੱਜ ਇੱਥੋਂ ਹੀ ਮਨਜ਼ੂਰ ਕਰ ਲਿਆ। ਹੁਣ ਖੁਦਾ ਦਾ ਘਰ ਖੁਦਾ ਦੇ ਘਰ ਚਲਾ ਜਾਏਗਾ ਤੇ ਤੂੰ ਆਪਣੇ ਘਰ ਚਲਿਆ ਤੇ ਮੈਂ ਹੁਣ ਇੱਥੋਂ ਵਾਪਸ ਮੁੜਦੀ ਹਾਂ। ਇਸ ਕਰਕੇ ਜਿਹੜਾ ਦਇਆ ਨਾ, ਇਹ ਦਇਆ ਭੰਡਾਰਨ ਮਹਾਰਾਜ ਜੀ ਐਵੇਂ ਨਹੀਂ ਕਿਹਾ ਹੈ, ਦਇਆ ਭੰਡਾਰਨ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਅੱਗੇ ਦੱਸਦੇ ਹਨ ਜੀ, ਆਪ ਨਾਥ ਨਾਥੀ ਸਭ ਜਾ ਕੀ ਇਰਦ ਸਦ ਅਵਰਾ ਸਾਧ। ਕਹਿੰਦੇ ਸਿੱਧੋ ਜੋ ਤੁਸੀਂ ਕਿਹਾ ਸੀ ਵੀ ਨਾਥ ਬਣ ਜਾਓ, ਹੁਣ ਉਹਦਾ ਉੱਤਰ ਦੇਣ ਲੱਗੇ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਇਹਦੇ ਅਰਥ ਹੋ ਚੁੱਕੇ। ਕਹਿੰਦੇ ਆਪ ਨਾਥ ਨਾਥੀ ਸਭ ਜਾ ਕੀ, ਇਹਦਾ ਵਿਸਰਾਮ ਕੀ ਦੇ ਉੱਤੇ ਲੱਗਣਾ ਹੈ, ਨਾਥ ਦੇ ਉੱਤੇ ਥੋੜੀ ਜਮਕ ਲਾਉਣੀ ਆ। ਆਪ ਨਾਥ ਨਾਥੀ ਸਭ ਜਾ ਕੀ। ਕਹਿੰਦੇ ਸਿੱਧੋ ਮੇਰੀ ਤਾਂ ਇੱਛਾ ਨਹੀਂ ਨਾਥ ਬਣਦੀ, ਕਿਉਂਕਿ ਮੇਰਾ ਨਾਥ ਜਿਹੜਾ ਹੈ, ਜਿਹਨੂੰ ਮੈਂ ਨਾਥ ਮੰਨਦਾ, ਉਹ ਨਿਰੰਕਾਰ ਹੈ। ਉਹ ਪ੍ਰਭੂ ਆਪ ਹੀ ਸਾਰੀ ਦੁਨੀਆ ਦਾ ਨਾਥ। ਨਾਥ ਦਾ ਮਤਲਬ ਸੁਆਮੀ ਹੈ, ਜਿਹਦੀ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਰੂਪੀ ਨੱਥ ਦੇ ਨਾਲ ਨੱਥੀ ਹੋਈ ਹੈ। ਆਪ ਨਾਥ ਨਾਥੀ, ਇਹ ਨੱਥੀ ਹੋਈ ਹੈ, ਭਾਵ ਅਧੀਨ ਕੀਤੀ ਹੋਈ ਹੈ। ਜਿਹੜੀ ਪਸ਼ੂ ਦੇ ਨੱਕ ਪਾੜ ਕੇ ਨਕੇਲ ਪਾਈ ਜਾਂਦੀ ਹੈ, ਊਠਾਂ ਦੀ ਪਾਈ ਜਾਂਦੀ ਸੀ, ਤੇ ਪਸ਼ੂਆਂ ਦੇ ਨੱਕ ਦੇ ਵਿੱਚ ਰੱਸੀ ਪਾਈ ਜਾਂਦੀ ਹੈ,
ਉਹ ਕਾਹਦੇ ਵਾਸਤੇ? ਅਧੀਨ ਕਰਨ ਵਾਸਤੇ, ਵੀ ਪਸ਼ੂ ਜਿਹੜਾ ਬੰਦੇ ਦੇ ਅਧੀਨ ਸੌਖਾ ਹੋ ਜਾਂਦਾ ਦਾਤੇ ਨਾਲ। ਤੋ ਇਸ ਕਰਕੇ ਸਾਰੀ ਸ੍ਰਿਸ਼ਟੀ ਉਸ ਨੇ ਅਧੀਨ ਕੀਤੀ ਹੋਈ ਹੈ। ਪ੍ਰਮਾਣ ਆਉਂਦੇ ਨੇ ਗੁਰਬਾਣੀ 'ਚ, ਆਪ ਨਾਥ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏਂਦਾ। ਆਪ ਨਾਥ ਸਭ ਨਥੀਆਂ ਸਭ ਹੁਕਮ ਚਲਾਏ। ਆਪ ਨਾਥ ਸਭ ਨਥੀਆਂ ਸਭ ਹੁਕਮ ਚਲਾਏ। ਪਰਮੇਸ਼ਰ ਤੇਰਾ ਹੁਕਮ ਚੱਲਦਾ ਸਾਰੇ, ਸਭ ਸਾਰੀ ਸ੍ਰਿਸ਼ਟੀ ਉਸ ਨਾਥ ਪ੍ਰਭੂ ਪਰਮੇਸ਼ਰ ਦੇ। ਉਹ ਪਰਮੇਸ਼ਰ ਰੂਪ ਜੋਗੀ ਹੈ, ਉਹ ਵੱਡਾ ਜੋਗੀ ਹੈ। ਉਸ ਜੋਗੀ ਦੀ ਨਾਥੀ, ਨਾਥਾਂ ਵਾਲੀ ਜਮਾਤ ਦੀ ਨਿਆਈ, ਸਾਰੇ ਲੋਕ ਉਹਦੇ ਹੁਕਮ ਰੂਪੀ ਨੱਥ ਦੇ ਵਿੱਚ ਨੱਥੇ ਹੋਏ ਨੇ। ਰਿੱਧ ਸਿੱਧ, ਰਿੱਧੀਆਂ ਤੇ ਸਿੱਧੀਆਂ ਦਾ ਸਾਧ, ਜਿਹੜਾ ਸਵਾਦ ਤੁਸੀਂ ਮੈਨੂੰ ਕਹਿੰਦੇ ਹੋ ਨਾ, ਇਹ ਤੁਹਾਨੂੰ ਇਹਦਾ ਸਵਾਦ ਪਿਆ ਹੋਇਆ। ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਅਵਰਾ ਕੀ, ਇਹ ਹੋਰਨਾਂ ਨੂੰ ਹੀ ਹੁੰਦਾ ਸਵਾਦ। ਇਹ ਐਡੀ ਕਮਾਈ ਕਰਕੇ ਲੋਕਾਂ ਨੂੰ ਤਾਂ ਸੁੱਖ ਦੇਣੇ, ਤੁਹਾਨੂੰ ਕੀ ਮਿਲ ਰਿਹਾ? ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ। ਰਿੱਧੀਆਂ ਸਿੱਧੀਆਂ ਦਾ ਸਵਾਦ ਤਾਂ ਅਵਰਾ ਹੋਰਨਾਂ ਨਹੀਂ ਹੁੰਦਾ, ਸਾਨੂੰ ਨਹੀਂ ਆਉਂਦਾ, ਇਹ ਤੁਹਾਨੂੰ ਆਉਂਦਾ ਹੋਊਗਾ। ਰਿੱਧੀਆਂ ਸਿੱਧੀਆਂ ਦਾ ਸਵਾਦ ਅਵਰਾ ਅਵਰਨ ਅਗਿਆਨ ਵਾਲਾ ਹੈ, ਭਾਵ ਕੀ ਹੈ ਢਕਣ ਵਾਲਾ ਹੈ, ਜੋ ਪ੍ਰਭੂ ਦੇ ਆਨੰਦ ਨੂੰ ਉਹਦੀ ਪ੍ਰਾਪਤੀ ਦੇ ਰਸਤੇ ਵਿੱਚ ਰੋੜਾ ਸਮਾਹੇ। ਇਸ ਕਰਕੇ ਇਸ ਤੁਕ ਦੇ ਦੋ ਸ਼ਬਦ ਨੇ, ਇੱਕ ਰਿੱਧ ਹੈ, ਇੱਕ ਸਿੱਧ ਹੈ। ਅੰਨ ਦੀ ਅਤੋੜਤਾ, ਵੀ ਸ਼ੇਰ ਅੰਨ ਪਕਾ ਲਿਆ, ਸੈਂਕੜੇ ਹਜ਼ਾਰਾਂ ਨੂੰ ਵਰਤਾ ਦਿੱਤਾ। ਮੈਂ ਇਹਨੂੰ ਕਹਿੰਦੇ ਨੇ ਰਿੱਧ। ਰਿੰਨੀ ਹੋਈ ਚੀਜ਼ ਨੂੰ ਉਹਦੇ 'ਚ ਬਰਕਤ ਪੈ ਜਾਏ। ਜਿਵੇਂ ਸੰਨਿਆਸੀਆਂ ਦੀ ਜਮਾਤ ਆਨੰਦਪੁਰ ਸਾਹਿਬ ਆਈ ਸੀ, ਉਹ ਦੇਖਣ ਵਾਸਤੇ ਵੀ ਗੁਰੂ ਨਾਨਕ ਦੇ 'ਚ ਇੰਨੀਆਂ ਬਰਕਤਾਂ ਸੀ ਵੀ ਇਹ ਤਾਂ ਸ਼ਸਤਰ ਧਾਰੀ ਨੇ, ਬਰਛੇ ਨੇਜੇ ਚੱਕੀ ਫਿਰਦੇ ਆ, ਢਾਲਾਂ ਤਲਵਾਰਾਂ ਚੱਕੀ ਫਿਰਦੇ, ਇਹਨਾਂ 'ਚ ਕਿਹੜਾ ਉਹ ਬਰਕਤਾਂ ਹੋਣੀਆਂ? ਗੁਰੂ ਗੋਬਿੰਦ ਸਿੰਘ ਦਾ ਪ੍ਰੀਖਿਆ ਕਰਨ ਵਾਸਤੇ ਸਿੱਧ ਆਏ ਤੇ ਮਹਾਰਾਜ ਸਾਹਿਬ ਕਹਿੰਦੇ ਵੀ ਸਿੱਧੋ ਪਹਿਲਾਂ ਕੋਈ ਛਕ ਲਓ। ਕਹਿੰਦੇ ਠੀਕ ਹੈ ਜੀ। ਪੰਗਤ ਲਾ ਕੇ ਬਹਿ ਗਏ। ਕਹਿੰਦੇ ਜੀ ਕੱਲਾ ਦੁੱਧ ਹੀ ਛਕਣਾ, ਅਸੀਂ ਹੋਰ ਤਾਂ ਕੁਝ ਛਕਣਾ। ਕਹਿੰਦੇ ਚਲੋ ਦੁੱਧ ਛਕ ਲਓ, ਇੱਥੇ ਕਿਹੜਾ ਕਮੀਆਂ ਕਿਸੇ ਦੀ। ਉਹ ਚਿੱਪੀ ਮੂਹਰੇ ਕਰਤੀ, ਸੇਵਾ ਦਾ ਦੁੱਧ ਪਾਉਣ ਲੱਗਿਆ, ਦੁੱਧ ਦੀ ਬਾਲਟੀ ਸਾਰੀ ਉਹ ਸਮਾਪਤ ਹੋਈ, ਚਿੱਕਬੀ ਫੇਰ ਦੀ। ਉਹ ਨੱਠ ਕੇ ਜਾ ਕੇ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਇਹ ਤਾਂ ਕੋਈ ਕਰਾਮਾਤੀ ਆ ਗਏ, ਵੀ ਇਸ ਤਰ੍ਹਾਂ ਤਾਂ ਫਿਰ ਸਾਰਾ ਦੁੱਧ ਮੁੱਕ ਜਾਊਗਾ। ਕਹਿੰਦੇ ਅੱਛਾ, ਇੱਥੇ ਗੁਰੂ ਨਾਨਕ ਦੇ ਘਰ 'ਚ ਵੀ ਨਹੀਂ ਆ ਕੇ ਹਟੇ ਇਹ। ਕਹਿੰਦੇ ਭਾਈ ਦਇਆ ਸਿੰਘ ਤੂੰ ਜਾ ਹੁਣ। ਭਾਈ ਦਇਆ ਸਿੰਘ ਕਹਿੰਦਾ ਇੱਕ ਨਿੱਕੀ ਜੀ ਗੜਬੀ ਲਈ ਇੰਨੀ ਕੁ, ਐਵੇਂ ਪਾਈ ਅੱਧ ਭਾ ਦੁੱਧ ਜਿਹਦੇ ਪੈਂਦਾ, ਉਹ ਚੱਕੀ ਆਵੇ ਭਾਈ ਸਾਹਿਬ। ਸਿੱਧ ਦੇਖ ਕੇ ਖਿਲ ਖਿਲ ਕਰਕੇ ਹੱਸਣ। ਕਹਿੰਦੇ ਲੈ ਬਾਲਟੀ ਨਾਲ ਚਿੱਪੀ ਨਹੀਂ ਭਰੀ, ਕਹਿੰਦੇ ਹੁਣ ਗੜਬੀ ਲੈ ਕੇ ਆ ਗਿਆ। ਭਾਈ ਸਾਹਿਬ ਨੇ ਮਾੜੀ ਜੀ ਬੂੰਦ ਸਿੱਟੀ, ਚਿੱਪੀ ਉਛਲ ਗਈ। ਦੂਜੇ ਸਿੱਧ ਨੂੰ ਕਹਿੰਦੇ ਤੂੰ ਵੀ ਕਰ ਦੇ। ਕਹਿੰਦੇ ਨਾ ਜੀ ਹੁਣ ਇਸੇ ਨਾਲ ਹੀ ਸਰ ਗਿਆ। ਇਹਨੂੰ ਕਹਿੰਦੇ ਨੇ ਰਿੱਧੀ। ਥੋੜੀ ਚੀਜ਼ ਨੂੰ ਬਹੁਤਿਆਂ ਨੂੰ ਵਰਤਾ ਦੇਣਾ, ਮੁੱਖੇ ਨਾਲ। ਅੰਨ ਦੀ ਅਤੋੜਤਾ ਹੋਣੀ, ਪਦਾਰਥ ਦੀ ਅਤੋੜਤਾ ਹੋਣੀ। ਤੇ ਜਿਹੜੀ ਸਿੱਧੀ ਹੈ, ਪ੍ਰਾਣਾਯਾਮ ਕਰਨ ਵਾਲੇ ਜਪੀ ਤਪੀ, ਇਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਸਿੱਧੀਆਂ। ਫਿਰ ਲੋਕਾਂ ਨੂੰ ਕਰਾਮਾਤ ਦਿਖਾ ਕੇ ਆਪਣੇ ਚੇਲੇ ਚੇਲੀਆਂ ਬਣਾਉਂਦੇ ਆ, ਪਖੰਡ ਕਰਦੇ ਆ। ਪੁਰਾਣਿਆਂ ਤੇ ਹੁਣ ਦਾ ਇੰਨਾ ਫਰਕ ਹੈ ਵੀ ਪੁਰਾਣੇ ਕਮ ਸੇ ਕਮ ਜਪ ਤਪ ਕਰਕੇ ਸ਼ਕਤੀ ਤਾਂ ਪ੍ਰਾਪਤ ਕਰ ਲੈਂਦੇ ਸੀ, ਤਾਂ ਪਖੰਡ ਕਰਦੇ ਸੀ। ਹੁਣ ਕੱਲਾ ਪਖੰਡ ਹੀ ਕਰਦੇ, ਜਪ ਤਪ ਵੀ ਨਹੀਂ ਹੈ ਤੇ ਰਿੱਧੀ ਸਿੱਧੀ ਵੀ ਨਹੀਂ ਹੈ, ਤੇ ਉਹ ਗੱਲਾਂ ਨਾਲੇ ਕੰਮ ਚਲਾਇਆ ਹੋਇਆ। ਇਹ ਮੁੱਖ ਰੂਪ ਦੇ ਵਿੱਚ 8 ਨੇ: ਅਣਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪ੍ਰਾਕਮਾ, ਈਸਤਾ, ਵਸੀਕਰਨ। ਹੁਣ ਇਹ ਕੱਲੀ ਏਕਣ ਕਹਿਣ ਦੇ ਨਾਲ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ, ਇਸ ਕਰਕੇ ਆਪਾਂ ਇਹਦੀ ਥੋੜੀ ਜਿਹੀ ਵਿਆਖਿਆ ਸਮਝ ਲਈਏ। ਅਣਮਾ, ਅਣੂ ਪ੍ਰਮਾਣ, ਬਹੁਤ ਛੋਟਾ ਜਿਹਾ ਨਿੱਕਾ ਜਿਹਾ ਰੂਪ ਬਣਾ ਲੈਣਾ। ਇਹ ਸਿੱਧੀ ਹੈ ਵੀ ਛੋਟਾ ਜਿਹਾ ਰੂਪ ਬਣਾ ਲੈਣਾ ਜਿਹੜਾ ਦਿਸਣ ਤੇ ਹਟ ਜਾਏ, ਛੋਟੇ ਤੋਂ ਛੋਟਾ ਮੱਛਰ ਵਰਗਾ, ਮੱਖੀ ਵਰਗਾ। ਦੂਸਰੀ ਮਹਿਮਾ, ਬਹੁਤ ਵੱਡਾ ਸਰੂਪ ਹੋ ਜਾਣਾ, ਪਹਾੜ ਜਿਹੜਾ ਬਣਾ ਲੈਣਾ। ਤੀਸਰੀ ਗਰਮਾ, ਗਰਮਾ ਦਾ ਅਰਥ ਹੈ ਬਹੁਤ ਭਾਰੀ ਹੋ ਜਾਣਾ, ਜਿਵੇਂ ਅੰਗਦ ਨੇ ਰਾਵਣ ਦੀ ਸਭਾ 'ਚ ਜਾ ਕੇ ਲੱਤ ਕੱਢਦੀ ਸੀ, ਚੱਕ ਨਹੀਂ ਸੀ ਹੋਈ, ਉਹ ਇਹੀ ਸਿੱਧੀ ਸੀ, ਗਰਮਾ ਸੀ ਉਹਦਾ ਨਾਮ, ਭਾਰੀ ਹੋ ਜਾਣਾ। ਲਗਮਾ, ਹੌਲੇ ਤੋਂ ਹੌਲਾ ਹੋ ਜਾਣਾ। ਪ੍ਰਾਪਤ, ਮਨ ਭਾਉਂਦੀ ਵਸਤੂ ਪ੍ਰਾਪਤ ਕਰ ਲੈਣੀ। ਪ੍ਰਾਕਿਮਿਆ, ਤੇ ਇਹ ਸਾਰਿਆਂ ਨੂੰ ਆਪਣੇ ਮਨ ਦੇ, ਉਹਨਾਂ ਦੀ ਦੂਆਂ ਦੇ ਮਨ ਦੀ ਜਾਣ ਲੈਣੀ ਵੀ ਇਹਦੇ ਮਨ ਦੇ ਵਿੱਚ ਕੀ ਹੈ। ਈਸਤਾ, ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ਵਸੀਕਰਨ, ਇਹਨੂੰ ਵਸ਼ਤਾ ਵੀ ਕਹਿੰਦੇ ਨੇ, ਸਭ ਨੂੰ ਕਾਬੂ ਕਰ ਲੈਣਾ। ਇਹ ਹੈਗੀਆਂ 8 ਮੁੱਖ ਨੇ
ਤੇ 10 ਹੈਗੀਆਂ ਗੌਣ। ਉਹਨਾਂ ਦੇ 'ਚ ਅਨੁਰਿਮ ਭੁੱਖ ਤੇ ਦਾ ਨਾ ਵਿਆਪਣਾ, ਨਾ ਭੁੱਖ ਲੱਗਣੀ ਨਾ ਪਿਆਸ ਲੱਗਣੀ। ਦੂਸਰੀ ਹੈਗੀ ਦੂਰ ਦਰਸ਼ਨ, ਇਹ 10 ਦੇ ਵਿੱਚੋਂ ਦੂਜੀ ਹੈ, ਦੂਰ ਦੀਆਂ ਗੱਲਾਂ ਸੁਣ ਲੈਣੀਆਂ। ਤੀਸਰੀ ਦੂਰ ਦਰਸ਼ਨ ਜਿਹੜੀ ਹੈ, ਦੂਰ ਦੇ ਨਜ਼ਾਰੇ ਅੱਖਾਂ ਦੇ ਸਾਹਮਣੇ ਆ ਜਾਣੇ, ਇਹ ਤੀਜੀ ਹੈ। ਚੌਥੀ ਜਿਹੜੀ ਹੈ ਉਹ ਮਨ ਵੇਗ, ਮਨ ਦੀ ਚਾਲ, ਜਿੰਨੀ ਮਨ ਦੀ ਚਾਲ ਹੈ ਇੰਨੀ ਛੇਤੀ ਹੀ ਜਿਹੜਾ ਮਨ ਦੀ ਚਾਲ ਇਹਦੇ ਤੁਲ ਹੋ ਜਾਣਾ, ਇੰਨੀ ਛੇਤੀ ਮਤਲਬ ਉੱਥੇ ਪਹੁੰਚ ਜਾਣਾ ਜਿਵੇਂ ਮਨ ਸੰਕਲਪ ਦੁਆਰਾ ਹੀ ਉੱਥੇ ਪਹੁੰਚ ਜਾਣਾ, ਸਰੀਰ ਉੱਥੇ ਚਲਾ ਜਾਣਾ। ਇਹ ਚੌਥੀ ਹੈ। ਕਾਮ ਰੂਪ ਜਿਹੜਾ ਜਿਹਾ ਮਨ ਚਾਹੇ ਉਸੇ ਤਰ੍ਹਾਂ ਦਾ ਰੂਪ ਧਾਰਨ ਕਰ ਲੈਣਾ, ਇਹ ਪੰਜਵੀਂ ਹੈ। ਛੇਵੀਂ ਹੈਗੀ ਪਰਕਾਇਆ ਪ੍ਰਵੇਸ਼ ਸਿੱਧੀ, ਜਿਵੇਂ ਮਛੰਦਰਨਾਥ ਦੇ ਕੋਲ ਸੀ, ਅਮਰੂ ਰਾਜੇ ਦੀ ਦੇਹ 'ਚ ਵੜਿਆ, ਦੂਸਰੇ ਦੇ ਸਰੀਰ 'ਚ ਪ੍ਰਵੇਸ਼ ਹੋ ਜਾਣਾ, ਇਹ ਛੇਵੀਂ ਹੈ। ਸੱਤਵੀਂ ਹੈਗੀ ਸਵੈਛੰਦ ਮ੍ਰਿਤੂ, ਆਪਣੀ ਇੱਛਾ ਅਨੁਸਾਰ ਸਰੀਰ 'ਚੋਂ ਪ੍ਰਾਣ ਕੱਢ ਲੈਣੇ। ਅੱਠਵੀਂ ਸੁਰ ਕੀੜਾ, ਦੇਵਤਿਆਂ ਦੇ ਨਾਲ ਮਿਲ ਕੇ ਖੇਲਣਾ। ਨੌਵੀਂ ਹੈ ਸੰਕਲਪ ਸਿੱਧ, ਜੋ ਚਿਤ ਬਣਾ ਉਹ ਪੂਰਾ ਹੋ ਜਾਣਾ। ਤੇ 10ਵੀਂ ਜਿਹੜੀ ਹੈ ਇਹ ਪ੍ਰਾਤਿਹਤ ਗਤ ਕਹਿੰਦੇ ਨੇ, ਜਿੱਥੇ ਜਾਣਾ ਚਾਹੇ ਉੱਥੇ ਕੋਈ ਰੁਕਾਵਟ ਨਾ ਪਵੇ। 8 ਜਿਹੜੀਆਂ ਨੇ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਤਮਾ ਈਸਤਾ ਵਸੀਕਰਨ, ਤੇ 10 ਇਹ 8 ਤੇ 10 18 ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਪੜ੍ਹਦੇ ਤਾਂ ਰੋਜ਼ ਹੀ ਹੈ, ਅਰਥਾਂ ਤੋਂ ਬਿਨਾਂ ਕਿਵੇਂ ਪਤਾ ਲੱਗੂਗਾ ਵੀ ਕੀ ਕਹਿ ਰਹੇ ਹੈ? ਉਹ ਤਾਂ ਪਾਠ ਕੀਤਾ, ਹਾਂ ਦੀ ਰਹਿ ਰਸ ਕਰ ਲਈ ਹੈ। ਇਸ ਕਰਕੇ ਇਹ ਸਭ ਕੁਝ ਸਮਝਣ ਦਾ ਵਿਸ਼ਾ ਹੈ। ਰਿੱਧੀਆਂ ਸਿੱਧੀਆਂ ਬਾਬਤ ਮਹਾਰਾਜ ਸਾਹਿਬ ਨੇ ਕਥਨ ਕੀਤਾ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ ਸਿੱਧੋ। ਇਹਦੇ ਨਾਲ ਤਾਂ ਸਿੱਧੀਆਂ ਦਾ ਸਵਾਦ ਅਵਰ ਹੋਰਨਾਂ ਨੂੰ ਤਾਂ ਆਉਂਦਾ ਹੈ ਤੇ ਆਪਣੇ ਆਪ ਨੂੰ ਨਹੀਂ ਆਉਂਦਾ ਹੈ। ਕੇਵਲ ਵਡਿਆਈ ਦਾ ਚਸਕਾ ਹੈ। ਘੋਰ ਮੰਤਰ ਸਾਧਨ ਕਰਨ ਵਾਲੇ 40 ਦਿਨ ਫੱਟੇ ਤੇ ਪਏ ਰਹਿੰਦੇ ਨੇ, ਆਪਣਾ ਮਲ ਮੂਤਰ ਇਹੀ ਖਾਂਦੇ ਨੇ, ਕੰਨਾਂ 'ਚ ਵੀ ਬਿਸਟਾ ਫਸਾ ਕੇ ਰੱਖਣਾ, ਮੂੰਹ ਤੇ ਵੀ ਸਾਗਣ। ਕਾਹਦੇ ਵਾਸਤੇ? ਮੇਰੀ ਬਾਕ ਸਿੱਧੀ ਹੋ ਜਾਏ। ਆਪ ਬਿਸਟਾ ਖਾਂਦਾ ਰਿਹਾ, ਲੋਕਾਂ ਨੂੰ ਬਾਕ ਸਿੱਧੀ ਕਰਕੇ ਹੋਰਾਂ ਦੇ। ਇਹ ਚਸਕਾ ਹੈ ਵਡਿਆਈ ਦਾ, ਅਵਰਾ ਸਾਧ। ਤੇ ਆਪ ਕੀ ਮਿਲਿਆ? ਆਪ ਦਾ ਕੁਛ ਨਾ ਮਿਲਿਆ। ਸਿੱਧ ਕਹਿਣ ਲੱਗੇ ਜੀ ਸਾਡੇ ਮਤ ਵਿੱਚ ਸੇਵਾਦਾਰ ਹੁੰਦੇ ਨੇ 2, ਇੱਕ ਕੁਠਾਰੀ ਹੁੰਦਾ ਹੈ ਤੇ ਜਿਹੜਾ ਵਸਤੂਆਂ ਇਕੱਠੀਆਂ ਕਰਦਾ, ਇੱਕ ਭੰਡਾਰੀ ਹੁੰਦਾ ਹੈ ਜਿਹੜਾ ਭੰਡਾਰਾ ਵਰਤਾਉਂਦਾ ਹੈ। ਤੁਹਾਡੇ ਕੋਲ ਕੌਣ ਹੈ? ਮਹਾਰਾਜ ਨੇ ਉੱਤਰ ਦਿੱਤਾ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ। ਇਹਦੇ 'ਚ ਫੇਰ ਭਾਈ ਇੱਕ ਜਮਕ ਤੇ ਦੂਸਰਾ ਵਿਸਰਾਮ। ਸੰਜੋਗ ਵਿਜੋਗ ਦੋਏ, ਇੱਥੇ ਜਮਕੀ ਲਾਉਣੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਇੱਥੇ ਵਿਸਰਾਮ। ਲੇਖੇ ਆਵੈ ਭਾਗ, ਇਹ 3 ਹਿੱਸੇ ਕਰ ਰਹੇ ਨੇ, ਇੱਕ ਥੋੜਾ ਜਿਹਾ ਜਮਕ ਦੇ ਕੇ ਅੱਗੇ ਚੱਲਣਾ। ਹੇ ਸਿੱਧੋ, ਸੰਜੋਗ ਤੇ ਵਿਜੋਗ ਦੋਵੇਂ ਇਹ ਕਰਮਕਾਰ ਦੇ ਚਲਾਉਣ ਵਾਲੇ, ਜਿਹੜੇ ਕਰਮ ਦੀ ਕਾਰ ਹੈ ਇਹ ਚਲਾਉਂਦੇ ਨੇ। ਪ੍ਰਲੱਭ ਦਾ ਸੰਜੋਗ ਨਾਲ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ, ਸੰਜੋਗ ਦੇ ਨਾਲ ਪਰਿਵਾਰ ਇਕੱਠਾ ਹੁੰਦਾ ਹੈ, ਤੇ ਇਹ ਸਾਡਾ ਕੁਠਾਰੀ ਹੈ। ਇਸੇ ਨੂੰ ਕੁਠਾਰੀ ਮੰਨਦੇ ਆ। ਜਿਹੜੇ ਕਰਮ ਕਰਕੇ ਜੋ ਪਦਾਰਥ ਦਾ ਸੰਜੋਗ ਹੋਇਆ, ਕਹਿੰਦੇ ਜਿਹੜਾ ਵਿਜੋਗ ਹੋਇਆ ਉਹ ਵਰਤਾਰਾ ਵਰਤ ਗਿਆ। ਜਿੰਨਾ ਚਿਰ ਸੰਬੰਧੀਆਂ ਨੇ ਇਕੱਠੇ ਰਹਿਣਾ ਸੀ ਤੇ ਉਹ ਵਰਤਾਰਾ ਵਰਤ ਗਿਆ, ਜਾਂ ਫਿਰ ਜਿਹੜੇ ਕਰਮ ਨੇ ਜੋ ਪਦਾਰਥ ਮਿਲਣੇ ਸੀ ਮਿਲ ਗਏ, ਭੰਡਾਰਾ ਵਰਤ ਗਿਆ। ਇਹ ਸਾਡਾ ਭੰਡਾਰੀ ਹੈ। ਮੱਥੇ ਦੇ ਲੇਖਾਂ ਦੇ ਅਨੁਸਾਰ ਜੋ ਪਦਾਰਥ ਮਿਲਦੇ ਨੇ, ਸਾਡੇ ਮਤ ਵਿੱਚ ਇਹੀ ਭਾਗ ਛਾਂਦਾ, ਭਾਗ ਆ ਗਏ ਨਾ, 5 ਛਾਂ ਦਾ ਜਿਹੜਾ ਵਰਤਾਰਾ ਵਰਤਦਾ ਹੈ, ਉਹ ਹਿੱਸੇ ਬੰਦਾ ਜੋ ਆਉਂਦਾ ਵਰਤਾਰਾ ਭਾਗ, ਉਹ ਆ ਕੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਸਾਡੇ ਤਾਂ ਭਾਈ ਇਹੀ ਕੁਠਾਰੀ ਹਨ ਤੇ ਇਹੀ ਭੰਡਾਰੀ ਹੈ। ਆਦੇਸ਼ ਤਿਸੈ ਆਦੇਸ਼। ਤੇ ਮਹਾਰਾਜ ਕਹਿੰਦੇ ਸਿੱਧੋ ਆਦੇਸ਼ ਨਾਮ ਹੈ ਨਮਸਕਾਰ ਦਾ। ਨਮਸਕਾਰ ਹੈ ਤਿਸੇ ਉਸ ਪ੍ਰਭੂ ਨੂੰ ਨਮਸਕਾਰ ਹੈ। ਮਨ ਕਰਕੇ ਨਮਸਕਾਰ, ਬਾਣੀ ਕਰਕੇ ਨਮਸਕਾਰ। ਜੋ ਦੇਸ਼ ਅੰਗਾਂ ਤੋਂ ਆ ਕੀ ਰਹਿਤ ਹੈ, ਦੇਸ਼ ਅੰਗਾਂ ਵਿੱਚ ਆਇਆ ਹੋਇਆ ਹੈ, ਉਹਨੂੰ ਆਦੇਸ਼ ਨਮਸਕਾਰ ਹੈ। ਨਿਰਲੇਪਤਾ ਕਰਕੇ ਰਹਿਤ ਹੈ ਤੇ ਸੱਤਾ ਦੇਣ ਕਰਕੇ ਆਇਆ ਹੋਇਆ। ਇਸ ਕਰਕੇ ਐਸਾ ਪਰਮੇਸ਼ਵਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਤੁਸੀਂ ਆਪਸ ਵਿੱਚ ਹੀ ਆਦੇਸ਼ ਕਹਿੰਦੇ ਹੋ। ਕਹਿੰਦੇ ਅਸੀਂ ਤਾਂ ਭਾਈ ਉਹਨੂੰ ਕਹਿੰਦੇ ਜਿਹੜਾ ਸਾਰੇ ਆਇਆ ਹੋਇਆ ਹੈ, ਜੋ ਸਾਰਿਆਂ ਦਾ ਆਦ ਮੁੱਢ ਰੂਪ ਹੈ। ਅਨੀਲ ਰੰਗਾਂ ਆਦ, ਤੇ ਜਾਂ ਫਿਰ ਗਿਣਤੀ
ਜਾਂ ਕਲੰਕ, ਇਹਨਾਂ ਸਾਰਿਆਂ ਤੋਂ ਰਹਿਤ ਹੈ। ਅਨਾਦ ਆਦ ਤੋਂ ਰਹਿਤ ਹੈ। ਅਨਾਹਦ ਨਾਸ ਤੋਂ ਰਹਿਤ ਹੈ। ਅਨਜਮ ਹੱਥ, ਉਹ ਹੱਤਿਆ ਨਹੀਂ ਜਾਂਦਾ। ਜੁਗ ਜੁਗ, ਜੁਗ ਦੋ ਦਾ ਨਾਂ ਹੁੰਦਾ ਹੈ, 2 ਤੇ 2 4। ਇਸ ਕਰਕੇ ਯੁਗ ਦਾ ਭਾਵ 4 ਹੋ ਗਏ। 4 ਯੁਗ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਸਾਰਿਆਂ ਯੁਗਾਂ ਦੇ ਵਿੱਚ ਹੀ ਸਤਿਚਿਤ ਆਨੰਦ ਰੂਪ ਹੋ ਕਰਕੇ ਉਹਦਾ ਬੇਸ ਸਰੂਪ ਹੈ। ਜਾਂ ਫਿਰ ਯੁਗ ਯੁਗ ਚਾਰੇ ਖਾਣੀਆਂ ਵਿੱਚ, 2 ਤੇ 2 4, 4 ਖਾਣੇ ਹੋ ਗਿਆ। ਅੰਡਰ ਜੇਰ ਸੇ ਤੇ ਉਤਪਜ। ਬਾਅਦ ਜੁਗ ਜੁਗ ਉੱਤਮ ਮੱਧਮ ਕਨਿਸ਼ਟ ਤੇ ਨੀਚ, ਇਹਨਾਂ ਵਿੱਚ ਏਕੋ ਅਦਵੈਤ ਸਰੂਪ ਬੇਸ ਉਸ ਦਾ ਲਿਬਾਸ ਹੈ। ਤੇ ਕਰਤਾਰਪੁਰ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਆਤਮਾ ਦੀ ਤ੍ਰਿਪਤੀ ਵਾਸਤੇ ਸਾਨੂੰ ਕਿਹੜਾ ਭੋਜਨ ਛਕਣਾ ਚਾਹੀਦਾ ਹੈ। ਉਸ ਵੇਲੇ ਇਸੇ ਪੌੜੀ ਦੁਆਰਾ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ। ਸੁਣੋ ਜੀ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਮਹਾਰਾਜ ਕਹਿੰਦੇ ਗੁਰਸਿੱਖੋ, ਭੁਗਤ ਗਿਆਨ ਦਇਆ ਭੰਡਾਰਨ, ਸਾਰਿਆਂ ਭੋਜਨਾਂ ਦੇ ਵਿੱਚੋਂ ਜਿੰਨੇ ਵੀ ਪਦਾਰਥ ਹਨ ਅੱਜ ਤੱਕ ਦੁਨੀਆ ਦੇ ਵਿੱਚ, ਕਹਿੰਦੇ ਗਿਆਨ ਹੈ ਜਿਹੜਾ ਬ੍ਰਹਮ ਗਿਆਨ, ਇਹੀ ਸ੍ਰੇਸ਼ਟ ਭੁਗਤ ਭੋਜਨ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨ ਹੈ ਵੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਦਇਆ ਭੰਡਾਰਨ, ਜੋ ਜੀਵਾਂ ਉੱਤੇ ਤਰਸ ਕਰਨਾ, ਦਇਆ ਕਰਨੀ ਹੈ, ਇਹੀ ਭੰਡਾਰਨ। ਭੰਡ ਜਮਾ ਆਰਨ, ਭੰਡ ਨਿੰਦਿਆ ਦਾ ਨਾਮ ਹੈ। ਨਿੰਦਿਆ ਆਦਿਕ ਭੈੜੇ ਔਗਣਾਂ ਦੀ ਆਰਨ ਬੈਰਨ ਹੈ ਇਹ ਜਿਹੜੀ ਦਇਆ ਕਰਨੀ ਹੈ, ਤਾਂ ਭੰਡਾਰਨ ਕਿਹਾ। ਸਾਰਿਆਂ ਦੀ ਭੰਡਾਰਨ ਹੈ, ਸਾਧਨ ਵਰਤਾਉਣ ਵਾਲੀ ਹੈ। ਦੈਵੀ ਗੁਣਾਂ ਦੀ ਭੰਡਾਰਨ ਹੈ, ਦਇਆ ਰੂਪੀ ਭੰਡਾਰਨ ਵਿੱਚੋਂ ਹੀ ਸਾਰੇ ਗੁਣ ਨਿਕਲਦੇ ਨੇ। ਜਹ ਭੰਡਾਰੀ ਹੋਂ ਗੁਣ ਨਿਕਲ ਹੈ ਤੇ ਕੀ ਹੈ ਪ੍ਰਵਾਨ। ਤੇ ਇਸ ਕਰਕੇ ਘਟ ਘਟ ਵੱਜ ਹੈ ਨਾਦ, ਤੇ ਘਟਾਂ ਘਟਾਂ ਦੇ ਵਿੱਚ ਚਾਰੇ ਖਾਣੀਆਂ, ਉਹਦੇ ਚੇਤਨ ਸੱਤਾ ਰੂਪ ਨਾਦ ਵੱਜਦਾ ਹੈ। ਐਸਾ ਨਾਦ ਵੱਜ ਰਿਹਾ ਹੈ ਜਿਹਦਾ ਨਾਂ ਜਮਾ ਆਦ ਕੋਈ ਆਦ ਹੀ ਨਹੀਂ ਹੈ, ਜਿਸ ਦਾ ਆਦ ਨਹੀਂ ਹੁੰਦਾ ਤੇ ਉਹਦਾ ਅੰਤ ਵੀ ਨਹੀਂ ਹੁੰਦਾ। ਐਸਾ ਸ਼ਬਦ ਰੂਪੀ ਨਾਦ ਚੇਤਨ ਸੱਤਾ ਰੂਪੀ ਵੱਜ ਰਿਹਾ ਹੈ। ਇਹ ਬਾਜਾ ਵੱਜਦਾ ਹੈ। ਇਹਦੇ ਅੱਗੇ ਜਿਹੜੇ ਹੱਥਾਂ 'ਚ ਲੈ ਕੇ ਵਜਾਉਣ ਵਾਲੇ ਬਾਜੇ ਨੇ ਉਹ ਸਾਰੇ ਫਿੱਕੇ ਪੈ ਜਾਂਦੇ ਨੇ। ਜੈਸਾ ਲਿਖਿਆ, ਹੱਥ ਕਰ ਤੰਤ ਬਜਾਵੇ ਜੋਗੀ, ਥੋਥਰ ਬਾਜੈ ਬੇਨ। ਇਹ ਤਾਂ ਥੋਥੇ ਨਹੀਂ ਮੌਜੂਦ। ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦਾ ਇਹ ਜਸ ਕੀਤਾ ਮਹਾਰਾਜ ਨੇ ਕਰਤਾਰਪੁਰ ਸਾਹਿਬ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਹੇ ਗੁਰਸਿੱਖੋ, ਐਸੇ ਬ੍ਰਹਮ ਗਿਆਨ ਰੂਪੀ ਭੋਜਨ ਦੀ ਪ੍ਰਾਪਤੀ ਕਰਕੇ ਬ੍ਰਹਮ ਬੇਤਾ ਆਪ ਹੀ ਨਾਥ ਸੁਆਮੀ ਰੂਪ ਹੋ ਕੇ ਸਾਰੀਆਂ ਇੰਦਰੀਆਂ ਨੂੰ ਨਾਥੀ ਨੱਥ ਲੈਂਦਾ ਹੈ। ਭਾਵ ਕੀ ਹੈ ਵੀ ਅਧੀਨ ਕਰ ਲੈਂਦਾ ਇੰਦਰੀਆਂ ਨੂੰ। ਉਸ ਨਾਲ ਅਭੇਦ ਹੋ ਜਾਂਦਾ ਪਰਮੇਸ਼ਰ ਵਾਹਿਗੁਰੂ ਦੇ ਨਾਲ। ਜਿਸ ਚੇਤਨ ਬ੍ਰਹਮ ਨੇ ਸਾਰੀ ਸ੍ਰਿਸ਼ਟੀ ਨੂੰ ਨਾਥ ਸੁਆਮੀ ਰੂਪ ਹੋ ਕਰਕੇ ਸਭ ਨੂੰ ਨਾਥੀ ਨੱਥਿਆ ਹੋਇਆ, ਉਹਦੇ 'ਚ ਅਭੇਦ ਹੋ ਜਾਂਦਾ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਜਿਹਨੇ ਸਾਰਿਆਂ ਨੂੰ ਅਧੀਨ ਕੀਤਾ ਹੋਇਆ ਹੈ। ਜੋ ਲੋਕ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਨੇ ਉਹ ਇਸ ਗੱਲ ਤੋਂ ਅਣਜਾਣ। ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦਾ ਸਵਾਦ ਹੋਰਨਾਂ ਨੂੰ ਹੈ ਜਾਂ ਹੋਰ ਕਿਸਮ ਦਾ ਨਾਮ ਵਰਗਾ ਨਹੀਂ ਹੈ। ਇਹ ਆਸ੍ਰੇਸ਼ਟ ਸਵਾਦ ਹੈ, ਸ੍ਰੇਸ਼ਟ ਨਹੀਂ। ਸ੍ਰੇਸ਼ਟ ਸਵਾਦ ਹੈ ਨਾਮ ਦਾ, ਨਾਮ ਰਸ। ਰਿੱਧੀਆਂ ਸਿੱਧੀਆਂ ਦਾ ਸਵਾਦ ਤਾਂ ਆਤਮਾਨੰਦ ਨੂੰ ਅਵਰਾ ਢਕਣ ਵਾਲਾ ਹੈ, ਪ੍ਰਾਪਤੀ ਨਹੀਂ ਹੋਣ ਦਿੰਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਨਾਮ ਦੇ ਵਿੱਚ ਰੁਕਾਵਟ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲਿਖਿ ਆਵਹਿ ਭਾਗ। ਹੇ ਗੁਰਸਿੱਖੋ, ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਪਰਮਾਨੰਦ ਦੀ ਪ੍ਰਾਪਤੀ ਦਾ ਸੰਜੋਗ ਤੇ ਸੰਸਾਰਕ ਦੁੱਖਾਂ ਦੀ ਨਿਵਰਤੀ ਦਾ ਵਿਜੋਗ, ਇਹ ਦੋਏ ਕਾਰ ਕੰਮ ਚਲਾਵੇ। ਪਰਮਾਰਥੀ ਕੰਮ ਇਹ ਚਲਾਉਂਦੇ ਨੇ। ਬ੍ਰਹਮਾਨੰਦ ਦੀ ਪ੍ਰਾਪਤੀ ਰੂਪ ਸੰਜੋਗ ਹੋਣਾ, ਅਗਿਆਨ ਦੀ ਨਿਵਰਤੀ ਕਰਕੇ ਜੰਮਣ ਮਰਨ ਦਾ ਵਿਜੋਗ ਹੋ ਜਾਣਾ, ਭਾਵ ਸਤਸੰਗਤ ਦਾ ਸੰਜੋਗੀ ਹੋਣਾ। ਦੋਏ ਦਵੈਸ਼ ਆਦਿ ਨਿਖੇਧ ਕਰਮਾਂ ਦਾ ਵਿਜੋਗੀ ਹੋ ਕੇ ਇਹਨਾਂ ਦੋਵੇਂ ਕਾਰਾਂ ਵਿੱਚ ਆਪਣੇ ਆਪ ਨੂੰ ਚਲਾਉਣਾ ਕਰੇ। ਸਰਬ ਦੋਖ ਪ੍ਰੰਗ ਤਿਆਗੀ, ਸਰਬ ਧਰਮ ਦ੍ਰਿੜੰਤਣ, ਲੇਖੇ ਆਵੈ ਭਾਗ। ਜੋ ਗੁਰਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਹਿਰਦੇ ਰੂਪੀ ਕਾਗਜ਼ ਦੇ ਉੱਤੇ
ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਲੇਖੇ ਲਿਖ ਲੈਂਦੇ ਨੇ, ਉਹਨਾਂ ਦੇ ਭਾਗਾਂ ਵਿੱਚ ਬ੍ਰਹਮ ਰੂਪੀ ਸ਼ਾਨ ਦਾ ਪ੍ਰਾਪਤ ਹੁੰਦਾ ਹੈ, ਪ੍ਰਾਪਤੀ ਰੂਪ। ਹੇ ਗੁਰਸਿੱਖੋ, ਜੇ ਉਸ ਵਾਹਿਗੁਰੂ ਦੇ ਲੇਖੇ ਵਿੱਚ ਆ ਜਾਈਏ, ਭਾਵ ਪੈ ਜਾਈਏ, ਤਾਂ ਬ੍ਰਹਮ ਗਿਆਨ ਰੂਪੀ ਭਾਗ ਸ਼ਾਨ ਦਾ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਹੁਣ ਫਿਰ ਇਹੀ ਕਹਿਣਾ ਬਣਦਾ ਹੈ, ਆਦੇਸ਼ ਤਿਸੈ ਆਦੇਸ਼, ਆਦੇਸ਼ ਨਮਸਕਾਰ। ਇਹੀ ਕਹਿਣਾ ਬਣਦਾ ਹੁਣ, ਹੋਰ ਕੁਛ ਨਹੀਂ। ਕਿਸ ਨੂੰ? ਤਿਸੇ ਉਸ ਪ੍ਰਭੂ ਨੂੰ ਆਦੇਸ਼ ਨਮਸਕਾਰ ਹੈ, ਜੋ ਸਾਰੇ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਜਿਹਦੇ ਵਿੱਚ ਜਾਤੀ ਵਿਜਾਤੀ ਸੁਗਤ ਭੇਦ ਨਹੀਂ ਹੈ, ਤਿੰਨੇ ਨਹੀਂ ਹੈ, ਇਹਨਾਂ ਤੋਂ ਰਹਿਤ ਹੈ। ਤਿਸੇ ਉਸ ਨੂੰ ਸਾਡੀ ਆਦੇਸ਼ ਹੈ, ਨਮਸਕਾਰ ਹੈ। ਦੇਸ਼ ਕਰਕੇ ਜੀ ਵੰਡੇ ਹੋਏ ਨੇ, ਤੇ ਹਿੰਦੁਸਤਾਨ ਹੈ, ਜੇ ਹਿੰਦੁਸਤਾਨ 'ਚ ਦੇਖ ਲਓ ਜੀ, ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਇਹ ਵੰਡੇ ਹੋਏ ਨਾ, ਪਾਕਿਸਤਾਨ ਹੈ, ਹੋਰ ਇਤਿਆਦਿ। ਪਰ ਪਰਮਾਤਮਾ ਨਹੀਂ ਦੇਸ਼ਾਂ ਕਰਕੇ ਵੰਡਿਆ ਹੋਇਆ। ਆਜਮਾ ਦੇਸ਼ਾਂ ਤੋਂ ਰਹਿਤ ਹੈ। ਕਾਲ ਭੂਤਕਾਲ, ਕੋਈ ਪਿਛਲੇ ਸਮੇਂ ਜੰਮਿਆ ਸੀ, ਕੋਈ ਹੁਣ ਜੰਮਿਆ, ਕੋਈ ਗਾਹਾਂ ਨੂੰ ਜੰਮੇਗਾ, ਉਹ ਕਾਲ ਦੇ ਅਧੀਨ ਵੀ ਨਹੀਂ ਹੈ। ਵਸਤੂ ਹਰੇਕ ਚੀਜ਼ ਕੋਈ ਨਾ ਕੋਈ ਵਸਤੂ ਹੈ, ਫਲਾਨੀ ਚੀਜ਼ ਹੈ, ਇਹ ਫਲਾਨੀ ਚੀਜ਼ ਹੈ, ਉਹ ਵਸਤੂਆਂ 'ਚ ਵੀ ਨਹੀਂ ਵੰਡਿਆ ਹੋਇਆ। ਦੇਸ਼ ਕਾਲ ਵਸਤੂ ਪ੍ਰਸ਼ੇਦ, ਪਰ ਵਿਸ਼ੇਸ਼ ਕਰਕੇ ਛੇਦ ਕੱਟਣਾ, ਅਲੱਗ ਕਰਨਾ, ਉਹ ਅਲੱਗ ਨਹੀਂ, ਸਾਰਿਆਂ ਦੇ ਵਿੱਚ ਹੈ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਤੇ ਫਿਰ ਜਿਹੜਾ ਉਹਦੇ 'ਚ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ। ਜਾਤੀ ਭੇਦ ਕੀ ਹੁੰਦਾ? ਵੀ ਇੱਕ ਜਾਤੀ ਦਾ, ਜਿਹੜੇ ਮਨੁੱਖ ਦੀ ਜਾਤੀ ਦੇ ਕਰੋੜਾਂ ਹੋਰ ਮਨੁੱਖ ਹੈਗੇ, ਤੇ ਮਨੁੱਖ ਦੀ ਜਾਤੀ ਦੇ ਮੁਕਾਬਲੇ 'ਚ ਪਸ਼ੂ, ਇਹ ਵਿਜਾਤੀ ਹੋ ਗਈ। ਪਰ ਰੱਬ ਦੀ ਸੋਏ ਜਾਤ ਦਾ ਕੋਈ, ਉਹਦੀ ਜਾਤ ਦਾ ਹੋਰ ਰੱਬ ਵਰਗਾ ਰੱਬ ਹੈ ਨਹੀਂ। ਇਸ ਕਰਕੇ ਵਿਜਾਤੀ ਦੂਸਰੀ ਜਾਤੀ ਦਾ ਵੀ ਕੋਈ ਨਹੀਂ, ਉਹਦਾ ਰੂਪ ਹੀ ਨਹੀਂ ਸਾਰੇ। ਜਿਵੇਂ ਪਾਣੀ ਸਮੁੰਦਰ ਦੀ ਲਹਿਰ, ਉਹਦਾ ਰੂਪ ਹੀ ਹੈ, ਉਹ ਵੱਖਰਾ ਕਿਹਾ ਨਹੀਂ ਜਾ ਸਕਦਾ। ਸੋਨੇ ਦਾ ਗਹਿਣਾ, ਸੋਨੇ ਦਾ ਰੂਪ ਹੈ, ਵੱਖਰਾ ਕਿਹਾ ਨਹੀਂ ਜਾ ਸਕਦਾ। ਇਹ ਵਿਸੰਸਾਤ ਮੁਦੇ ਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਵਿਜਾਤੀ ਭੇਦ ਵੀ ਉਹਦੇ, ਸੁਗਤ ਭੇਦ ਹੁੰਦਾ ਹੈ। ਆਪਣੀ ਉਂਗਲੀਆਂ ਵੱਖਰੀਆਂ, ਲੱਤਾਂ ਵੱਖਰੀਆਂ, ਮੂੰਹ ਵੱਖਰਾ, ਨੱਕ ਮੂੰਹ ਸਾਰਾ ਆਪਣੇ ਸਰੀਰ 'ਚ ਦੇਖ ਲਓ। ਸੋਏ ਆਪਣੇ ਆਪ ਦੀ ਗਤੀ ਦੇ ਵਿੱਚ ਭੇਦ। ਬਿਰਸ਼ ਦੇ ਸੁਗਤ ਭੇਦ ਹੈ, ਉਹਦੀਆਂ ਸਾਰੀਆਂ ਟਾਹਣੀਆਂ ਅਲੱਗ-ਅਲੱਗ ਦਿਸਦੀਆਂ, ਪੱਤੇ ਅਲੱਗ-ਅਲੱਗ ਦਿਸਦੇ। ਪਰਮਾਤਮਾ ਦੇ 'ਚ ਅਲੱਗਪਣ ਕੁਝ ਵੀ ਨਹੀਂ ਹੈ। ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਇਸ ਕਰਕੇ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ। ਇਹਦੇ 'ਚ ਇਹ ਕੁਝ ਵੀ ਉਹਦੇ 'ਚ ਭੇਦ ਨਹੀਂ ਹੈ। ਇਸ ਕਰਕੇ ਉਹਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ, ਜੋ ਸਾਰੇ ਜਗ ਦਾ ਆਦਿ ਕੀ ਮੁੱਢ ਰੂਪ ਹੈ। ਅਨੀਲ ਰੰਗਾਂ ਕਲੰਕਾਂ ਆਦਿ ਗਿਣਤੀ ਤੋਂ ਵੀ ਰਹਿਤ ਹੈ, ਰੰਗਾਂ ਤੋਂ ਰਹਿਤ ਹੈ, ਕਲੰਕਾਂ ਤੋਂ ਰਹਿਤ ਹੈ, ਅਨਾਦ ਮੁੱਢ ਤੋਂ ਰਹਿਤ ਹੈ। ਉਹਦਾ ਆਪ ਕੋਈ, ਉਹ ਅਨਾਦੀ ਹੈ, ਜਾਂ ਅਨਾਹਤ ਨਾਸ ਤੋਂ ਰਹਿਤ ਹੈ। ਹੇ ਗੁਰਸਿੱਖੋ, ਜੇਕਰ ਤੁਸੀਂ ਚਾਰੇ ਸਾਧਨਾਂ ਸਹਿਤ ਹੋ ਜਾਓ, ਬੈਰਾਗ ਵਿਵੇਕ ਖਟ ਸੰਮਤੀ ਤੇ ਮੋਖ ਇੱਛਾ, ਜਾਂ ਸਰਵਣ ਮੰਨਣ ਅਧਿਆਸਨ ਤੇ ਤਤ ਤੋਂ ਦਾ ਸੰਸ਼ੋਧਨ, ਇਹਨਾਂ ਨਾਲ ਜੁਗ ਜੁੜ ਜਾਵੋ, ਤੇ ਫਿਰ ਅਜਿਹੇ ਬਿਹਤ ਸਾਧਨਾਂ ਨੂੰ ਜੀਵਨ ਵਿੱਚ ਧਾਰਨ ਕਰੋਗੇ, ਤਾਂ ਫਿਰ ਇੱਕੋ ਇੱਕ ਵਾਹਿਗੁਰੂ ਦਾ ਵੇਸ ਸਰੂਪ ਹੀ ਹੋ ਜਾਓਗੇ। ਭਾਵ ਕੀ ਹੈ? ਉਸ ਪ੍ਰਭੂ ਦੇ ਵਿੱਚ ਅਭੇਦ ਹੋ ਜਾਓਗੇ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 29ਵੀਂ ਪੌੜੀ ਦੇ ਵਿੱਚ ਜੋ ਸਿਧਾਂਤ ਰੱਖਿਆ ਹੈ, ਆਓ ਹੁਣ ਉਹਦਾ ਜਿਹੜਾ ਮੁੱਖ ਭਾਵ ਕੀ ਹੈ। ਇਸ ਪੌੜੀ ਦੇ ਵਿੱਚ ਮਹਾਰਾਜ ਨੇ ਗਿਆਨ ਰੂਪੀ ਭੋਜਨ ਕਰਕੇ ਤ੍ਰਿਪਤੀ ਆਉਣ ਦੀ ਵਰਣਨ ਕੀਤਾ ਹੈ। ਇਹ ਵਿਆਖਿਆ ਵਰਣਨ ਕੀਤੀ ਹੈ। ਇਹ ਭੋਜਨ ਦਇਆ ਰੂਪੀ ਭੰਡਾਰਨ ਤੋਂ ਪ੍ਰਾਪਤ ਹੋਊਗਾ। ਦਇਆ ਰੂਪੀ ਭੰਡਾਰਨ, ਇਹ ਭੰਡਾਰਾ ਵਰਤਾਉਂਦੀ ਹੈ। ਸਰੀਰਾਂ ਵਿੱਚ ਜਿਹੜਾ ਚੇਤਨ ਸੱਤਾ ਰੂਪ ਬਾਜਾ ਵੱਜ ਰਿਹਾ ਹੈ, ਸਤਨਾਮ ਰੂਪ ਬਾਜਾ ਵੱਜਦਾ ਹੈ, ਉਹ ਆਪ ਸਾਰਿਆਂ ਦਾ ਮਾਲਕ ਹੈ, ਪਰਮੇਸ਼ਰ, ਜਿਸ ਨੇ ਸਾਰੀ ਸ੍ਰਿਸ਼ਟੀ ਆਪਣੀ ਹੁਕਮ ਰੂਪੀ ਨੱਥ ਪਾ ਕੇ ਨੱਥੀ ਹੋਈ ਹੈ, ਅਧੀਨ ਕੀਤੀ ਹੋਈ ਹੈ। ਰਿੱਧੀਆਂ ਸਿੱਧੀਆਂ ਦਾ ਹੋਰ ਹੀ ਸਵਾਦ ਹੈ। ਆਤਮਾ ਦੇ ਆਨੰਦ ਵਰਗਾ ਇਹ ਆਨੰਦ ਨਹੀਂ ਹੈ, ਨਾਮ ਵਰਗਾ ਆਨੰਦ ਨਹੀਂ, ਬਲਕਿ ਆਤਮਾ ਆਨੰਦ ਨੂੰ ਢਕਣ ਵਾਲਾ ਹੈ। ਸੰਜੋਗ ਤੇ ਵਿਜੋਗ ਦੋ ਹੀ ਕਾਰ ਚਲਾਉਂਦੇ ਸੰਸਾਰ ਦੀ। ਜੋ ਕਰਮਾਂ ਅਨੁਸਾਰ ਪਦਾਰਥ ਦਾ ਸੰਜੋਗ ਮਿਲਾਪ ਹੁੰਦਾ ਹੈ, ਤੇ ਉਹ ਵੀ ਇੱਕ ਕਰਮ ਹੈ, ਸੰਜੋਗੀ ਕਰਮ ਹੈ। ਜਦੋਂ ਵਿਜੋਗੀ ਕਰਮ ਆ ਗਿਆ, ਦੇਖਦਿਆਂ ਦੇਖਦਿਆਂ ਹੀ ਕਰਮ ਖੋਹ ਕੇ ਲੈ ਜਾਂਦਾ ਹੈ, ਦੇਖਦਾ ਰਹਿ ਜਾਂਦਾ, ਪਦਾਰਥ ਨਹੀਂ ਰਹਿੰਦਾ ਕੋਲ। ਇਸ ਕਰਕੇ ਸੰਜੋਗ ਜੋ ਦੋ ਹੀ ਕਾਰ ਚਲਾ ਰਹੇ ਨੇ, ਤੇ ਇਹ ਕੁਠਾਰੀ ਹੈ, ਉਹ ਭੰਡਾਰੀ ਹੈ, ਜਿਹੜੇ ਪਦਾਰਥ ਕਰਕੇ
ਵਿਜੋਗ ਕਰਾਉਂਦਾ ਉਹ ਭੰਡਾਰੀ ਹੈ। ਜਿਹੜਾ ਕਰਮ ਸਾਨੂੰ ਪਦਾਰਥ ਇਕੱਠੇ ਕਰਕੇ ਦਿੰਦਾ ਇਹ ਕੁਠਾਰੀ ਹੈ। ਇਹ ਦੋ ਕੁਠਾਰੀ ਤੇ ਭੰਡਾਰੀ ਪਰਮਾਤਮਾ ਨੇ ਸਾਰਿਆਂ ਨੂੰ ਦਿੱਤੇ ਹੋਏ ਨੇ। ਸਿੱਧੋ ਸਾਨੂੰ ਵੱਖਰੇ ਰੱਖਣ ਦੀ ਕੀ ਲੋੜ ਹੈ? ਇਹ ਤਾਂ ਸਾਰਿਆਂ ਨੂੰ ਹੀ ਮਿਲੇ ਹੋਏ ਨੇ। ਜਿਹਨਾਂ ਨੂੰ ਤੁਸੀਂ ਮਨਮੁਖ ਕਹਿੰਦੇ ਉਹਨਾਂ ਨੂੰ ਵੀ ਮਿਲੇ ਹੋਏ ਨੇ, ਜਿਹਨੂੰ ਅਗਿਆਨੀ ਕਹਿੰਦੇ ਉਹਨਾਂ ਨੂੰ ਵੀ ਮਿਲੇ ਹੋਏ ਨੇ। ਸਾਰੇ ਜੀਵਨ ਨੂੰ ਕਰਮਾਂ ਅਨੁਸਾਰ ਛਾਂਦੇ ਮਿਲਦੇ ਨੇ। ਸਾਨੂੰ ਵੱਖਰਾ ਛਾਂਦਾ ਲੈਣ ਦੀ ਲੋੜ ਨਹੀਂ। ਜਿਹੜਾ ਕਰਮਾਂ ਛਾਂਦਾ ਹੈ ਪ੍ਰਲਬਧ ਵਿੱਚ ਉਹ ਮਿਲੇਗਾ ਸਾਨੂੰ। ਤੇ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਉਹ ਸਦਾ ਰਹਿਣ ਵਾਲਾ ਹੈ। ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਉਹਦਾ ਬੇਸ ਕਹੀਏ ਲਿਬਾਸ ਸਰੂਪ ਹੈ। ਐਸਾ ਬ੍ਰਹਮ ਗਿਆਨ ਤੇ 90 ਅੱਖਰਾਂ ਦੇ ਵਿੱਚ ਇਹਦੇ 'ਚ ਜਿਹੜੇ ਵਰਨ ਵਰਤੇ ਉਹਦੇ ਵਿੱਚ ਇਹ ਬ੍ਰਹਮ ਗਿਆਨ ਕਥਨ ਕੀਤਾ ਮਹਾਰਾਜ ਸਾਹਿਬ ਜੀ ਨੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਜੀ ਸਤਿਗੁਰੂ ਖਿਮਾ ਕਰਨ ਸਾਰਿਆਂ ਦੇ ਉੱਤੇ। ਹਾਂਜੀ। ਆਦੇਸ ਤਿਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।